ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੇ ਕੁਝ ਮੁੱਦੇ ਕੁਝ ਖਬਰਾਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਨੇ ਜਾਂ ਕੈਨੇਡਾ ਅਮਰੀਕਾ ਦੇ ਵਿੱਚ ਜਿਨ੍ਹਾਂ ਬਾਰੇ ਗੱਲਬਾਤ ਹੁੰਦੀ ਰਹੀ ਹੈ ਤੁਹਾਡੇ ਨਾਲ ਸਾਂਝੀਆਂ ਕਰ ਲਈ। ਅੱਜ ਵੀ ਓਵਰਆਲ ਓਮਿਕਰੋਨ ਵੇਰੀਐਂਟ ਬਾਰੇ ਪੂਰੇ ਕੈਨੇਡਾ ਦੇ ਵਿੱਚ ਗੱਲਬਾਤ ਚੱਲਦੀ ਰਹੀ। ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੀ ਰਿਸਟ੍ਰਿਕਸ਼ਨਸ ਨੇ, ਕੀ ਨਵੇਂ ਆਰਡਰ ਆਏ ਨੇ, ਉਹਦੇ ਬਾਰੇ ਲੋਕਾਂ ਦੀ ਉਤਸੁਕਤਾ ਬਣੀ ਰਹੀ ਤੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਸੁਰਖੀਆਂ ਬਣੀਆਂ। ਅੱਜ ਇੱਕ ਹੋਰ ਗੱਲਬਾਤ ਬਹੁਤ ਚਰਚਾ ਦੇ ਵਿੱਚ ਰਹੀ ਕਿ ਪਿਛਲੇ ਸਮੇਂ ਤੋਂ ਜਦੋਂ ਕੋਵਿਡ-19 ਸਾਹਮਣੇ ਆਇਆ ਉਸ ਵੇਲੇ ਤੋਂ ਲੈ ਕੇ ਇਹਦੇ ਟੈਸਟ ਚਰਚਾ ਵਿੱਚ ਰਹੇ। ਕਈ ਵਾਰੀ ਤੁਸੀਂ ਟੈਸਟ ਕਰਾਉਣ ਜਾਂਦੇ ਆ ਤੁਹਾਡੇ ਨੱਕ ਦੇ ਵਿੱਚੋਂ ਸੈਂਪਲ ਲਿਆ ਜਾਂਦਾ, ਕਈ ਵਾਰੀ ਤੁਹਾਡੇ ਮੂੰਹ ਦੇ ਵਿੱਚੋਂ ਸੈਂਪਲ ਲਿਆ ਜਾਂਦਾ। ਹੁਣ ਸੋਸ਼ਲ ਮੀਡੀਆ ਦੇ ਉੱਤੇ ਕਈ ਜਿਹੜੀਆਂ ਵੀਡੀਓਜ਼ ਫੈਲ ਰਹੀਆਂ ਨੇ, ਜਿਹੜੀਆਂ ਕੁਝ ਵੀਡੀਓਜ਼ ਵਿੱਚ ਦੱਸਿਆ ਜਾ ਰਿਹਾ ਕਿ ਜੇਕਰ ਤੁਹਾਡੇ ਨੱਕ ਦੇ ਵਿੱਚੋਂ ਸੈਂਪਲ ਲੈਂਦੇ ਆ ਤਾਂ ਤੁਸੀਂ ਨੈਗੇਟਿਵ ਆ ਜਾਂਦੇ ਹੋ ਤੇ ਜੇਕਰ ਤੁਹਾਡੇ ਗਲੇ ਦੇ ਵਿੱਚੋਂ ਸੈਂਪਲ ਲਿਆ ਜਾਂਦਾ ਤਾਂ ਤੁਹਾਡਾ ਟੈਸਟ ਪੋਜ਼ਿਟਿਵ ਆ ਜਾਂਦਾ। ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ, ਇਹਦੇ ਬਾਰੇ ਹੈਲਥ ਕੈਨੇਡਾ ਨੇ ਅੱਜ ਜਾਣਕਾਰੀ ਦਿੱਤੀ ਹੈ। ਖਾਸ ਕਰਕੇ ਇਹ ਰੌਲਾ ਗੌਲਾ ਰੈਪਿਡ ਟੈਸਟ ਬਾਰੇ ਪੈ ਰਿਹਾ। PCR ਟੈਸਟ ਬਾਰੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਬਹੁਤੀ ਸਾਹਮਣੇ ਨਹੀਂ ਆਈ ਸੀ। ਜਦੋਂ ਦਾ ਰੈਪਿਡ ਟੈਸਟ ਤੇ ਇਹਦੀਆਂ ਕਿਟਸ ਵੰਡੀਆਂ ਜਾਣੀਆਂ ਸ਼ੁਰੂ ਹੋਈਆਂ, ਜਦੋਂ ਦਾ ਲੋਕ ਘਰ ਦੇ ਵਿੱਚ ਆਪਣੇ ਆਪ ਟੈਸਟ ਕਰਨਾ ਸ਼ੁਰੂ ਕੀਤਾ, ਉਸ ਵੇਲੇ ਤੋਂ ਇਹ ਚਰਚਾ ਸਾਹਮਣੇ ਆਈ ਆ। ਹੈਲਥ ਕੈਨੇਡਾ ਇਸ ਵੇਲੇ ਦੱਸ ਰਿਹਾ ਕਿ ਜਿਹੜੇ ਵੀ ਮੈਡੀਕਲ ਡਿਵਾਈਸ ਨੇ, ਰੈਪਿਡ ਟੈਸਟ ਕਿਟਸ ਨੇ, ਇਹਨਾਂ ਨੂੰ ਜਿਸ ਤਰ੍ਹਾਂ ਉਹਨੂੰ ਬਣਾਉਣ ਵਾਲੇ ਭਾਵ ਉਹਦੇ ਮੈਨੂਫੈਕਚਰਰ ਨੇ ਦੱਸਿਆ ਆ, ਜਿਹੜੀਆਂ ਇੰਸਟਰਕਸ਼ਨ ਦਿੱਤੀਆਂ ਆ, ਉਸੇ ਤਰ੍ਹਾਂ ਇਹਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਰਿਜ਼ਲਟ ਸਹੀ ਆਉਣਗੇ। ਭਾਵ ਜੇਕਰ ਉਸ ਕਿੱਟ ਦੇ ਉੱਤੇ ਲਿਖਿਆ ਹੈ ਕਿ ਜਿਹੜਾ ਸਵੈਬ ਆ ਉਹ ਤੁਹਾਡੇ ਨੱਕ ਦੇ ਵਿੱਚੋਂ ਲੈਣਾ ਚਾਹੀਦਾ ਤੇ ਨੱਕ ਦੇ ਵਿੱਚੋਂ ਲਓ, ਜੇ ਉਹਦੇ 'ਤੇ ਲਿਖਿਆ ਹੈ ਇਹਨੂੰ ਗਲੇ ਦੇ ਵਿੱਚੋਂ ਲੈਣਾ ਤਾਂ ਇਹਨੂੰ ਗਲੇ ਦੇ ਵਿੱਚੋਂ ਲਓ। ਇੱਥੇ ਇਹ ਵੀ ਦੱਸਿਆ ਜਾਂਦਾ ਆ ਕਿ ਜਿਹੜੇ ਪ੍ਰੋਵਿੰਸਸ ਤੇ ਟੈਰੀਟਰੀਜ਼ ਹੈਗੇ ਆ, ਇਹ ਉਹਨੂੰ ਹੈਲਥ ਪ੍ਰੋਡਕਟ ਨੂੰ ਆਥੋਰਾਈਜ਼ ਕਰ ਸਕਦੇ ਆ ਆਫ ਲੈਵਲ ਯੂਜ਼ ਦੇ ਲਈ। ਭਾਵ ਜੋ ਕੁਛ ਉਹਦੇ 'ਤੇ ਲਿਖਿਆ ਹੈ ਉਹਦੇ ਤੋਂ ਵੱਖਰੇ ਵੀ ਕੁਛ ਆਰਡਰ ਦਿੱਤੇ ਜਾ ਸਕਦੇ ਆ, ਪਰ ਅਜੇ ਤੱਕ ਕਿਸੇ ਪ੍ਰੋਵਿੰਸ ਜਾਂ ਟੈਰੀਟਰੀਜ਼ ਨੇ ਇਸ ਤਰ੍ਹਾਂ ਦੀ, ਕਿਸੇ ਹੈਲਥ ਅਥਾਰਟੀਜ਼ ਨੇ ਇਸ ਤਰ੍ਹਾਂ ਦੀ ਰეკਮੈਂਡੇਸ਼ਨ ਨਹੀਂ ਦਿੱਤੀ। ਜਿਹੜੀ ਇੰਟੀਰੀਅਰ ਮਿਨਿਸਟਰੀ ਆਫ ਹੈਲਥ ਦੱਸ ਰਹੀ ਹੈ ਇਸ ਵੇਲੇ ਕਿ ਜਿਹੜੇ ਗਲ ਦੇ ਵਿੱਚੋਂ ਲਿਆ ਜਾਣ ਵਾਲਾ ਸੈਂਪਲ ਬਿਲਕੁਲ ਠੀਕ ਆ। ਕਈ ਰੈਪਿਡ ਐਂਟੀਜਨ ਟੈਸਟ ਦੇ ਵਾਸਤੇ ਇਸ ਸ਼ਰਤ ਤੇ ਕਿ ਉਹਦੇ ਨਾਲ ਬੋਥ ਜਿਹੜੀਆਂ ਦੋਵੇਂ ਸੈਂਪਲ ਨੇ, ਨੱਕ ਦੇ ਵਿੱਚੋਂ ਵੀ ਸੈਂਪਲ ਲਿਆ ਜਾਵੇ। ਤੁਸੀਂ ਬਹੁਤ ਵਾਰੀ ਟੈਸਟ ਕਰਾਉਣ ਜਾਂਦੇ ਹੋ, ਤੁਹਾਡੇ ਵਾਰੀ ਇੱਕ ਵਾਰੀ ਉਹ ਗਲੇ ਦੇ ਵਿੱਚੋਂ ਸੈਂਪਲ ਲੈਂਦੇ ਆ, ਫਿਰ ਨੱਕ ਦੇ ਵਿੱਚੋਂ ਸੈਂਪਲ ਲੈਂਦੇ ਆ। ਬਹੁਤ ਸਾਰੀਆਂ ਇਹਨਾਂ ਵੀਡੀਓਜ਼ ਦਾ ਜਵਾਬ ਦਿੱਤਾ ਜਾ ਰਿਹਾ, ਜਿਹਨਾਂ ਟਿਕਟੌਕ ਵੀਡੀਓਜ਼ ਦੇ ਉੱਤੇ ਕਿਹਾ ਜਾ ਰਿਹਾ ਕਿ ਇੱਕ ਵਾਰੀ ਤੁਹਾਡੇ ਨੱਕ ਦੇ ਵਿੱਚੋਂ ਜਿਹੜਾ ਸੈਂਪਲ ਲਿਆ ਜਾਂਦਾ ਹੈ ਤਾਂ ਉਹ ਨੈਗੇਟਿਵ ਹੋ ਜਾਂਦਾ ਤੇ ਜਦੋਂ ਤੁਸੀਂ ਗਲੇ ਦੇ ਵਿੱਚੋਂ ਸੈਂਪਲ ਲੈਂਦੇ ਆ ਤਾਂ ਉਹ ਪੋਜ਼ਿਟਿਵ ਹੋ ਜਾਂਦਾ, ਜਾਂ ਇਹਦੇ ਉਲਟ। ਹੁਣ ਇਹ ਰੈਪਿਡ ਟੈਸਟ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਅਲੱਗ-ਅਲੱਗ ਰეკਮੈਂਡੇਸ਼ਨ ਨੇ। ਜੇਕਰ ਤੁਸੀਂ ਇਜ਼ਰਾਈਲੀ ਹੈਲਥ ਮਿਨਿਸਟਰੀ ਨੂੰ ਦੇਖੋ ਤਾਂ ਉਹ ਦੋਵਾਂ ਨੱਕ ਦੇ ਵਿੱਚੋਂ ਵੀ ਤੇ ਗਲੇ ਦੇ ਵਿੱਚੋਂ ਵੀ ਸੈਂਪਲ ਲੈਣ ਦੇ ਲਈ ਕਹਿੰਦੇ ਆ, ਭਾਵੇਂ ਕਿ ਇਹ ਜੋ ਕੁਛ ਮੈਨੂਫੈਕਚਰਰ ਕਹਿ ਰਿਹਾ ਉਹਦੇ ਉਲਟ ਆ। ਇਸੇ ਤਰ੍ਹਾਂ UK ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਡਿਸਟਰੀਬਿਊਟ ਕੀਤੀਆਂ ਗਈਆਂ ਨੈਸ਼ਨਲ ਹੈਲਥ ਸਰਵਿਸਿਜ਼ ਦੁਆਰਾ, ਉਹ ਵੀ ਕਹਿ ਰਹੇ ਆ ਕਿ ਸੈਂਪਲ ਤੁਹਾਡੇ ਗਲੇ ਦੇ ਵਿੱਚੋਂ ਵੀ ਲਿਆ ਜਾਣਾ ਚਾਹੀਦਾ ਤੇ ਨੱਕ ਦੇ ਵਿੱਚੋਂ ਵੀ ਲਿਆ ਜਾਣਾ ਚਾਹੀਦਾ, ਫਿਰ ਟੈਸਟ ਕੀਤਾ ਜਾਣਾ ਚਾਹੀਦਾ, ਫਿਰ ਸਹੀ ਰਿਜ਼ਲਟ ਆਉਂਦਾ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਵਾਰਨਿੰਗ ਦਿੱਤੀ ਆ ਕਿ ਤੁਸੀਂ ਗਲੇ ਦੇ ਵਿੱਚੋਂ ਸੈਂਪਲ ਨਾ ਲਓ। ਏਜੰਸੀ ਨੇ ਇਹ ਲੰਘੇ ਫਰਾਈਡੇ ਟਵੀਟ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਹੋਮ ਰੈਪਿਡ ਐਂਟੀਜਨ ਕੋਵਿਡ-19 ਟੈਸਟ ਆ, ਇਹ ਤੁਹਾਡੇ ਨੱਕ ਦੇ ਵਿੱਚੋਂ ਸੈਂਪਲ ਲੈਣ ਦੇ ਲਈ ਬਣੀ ਆ, ਨਾ ਕਿ ਗਲੇ ਦੇ ਵਿੱਚੋਂ ਸੈਂਪਲ ਲੈਣ ਦੇ ਲਈ। ਪਰ ਲੋਕ ਇਹ ਕਹਿੰਦੇ ਆ ਕਿ ਨੱਕ ਦੇ ਵਿੱਚੋਂ ਸੈਂਪਲ ਲਾਓ ਤਾਂ ਨੈਗੇਟਿਵ ਆ ਜਾਂਦਾ, ਗਲੇ ਦੇ ਵਿੱਚੋਂ ਲਾਓ ਤਾਂ ਪੋਜ਼ਿਟਿਵ ਆ ਜਾਂਦਾ। ਹੁਣ ਦੱਸਿਆ ਜਾ ਰਿਹਾ ਕਿ ਜਿਹੜੀਆਂ ਅਰਲੀ ਰਿਸਰਚ, ਜਿਹੜੀ ਗਲੇ ਦੇ ਵਿੱਚੋਂ ਸੈਂਪਲ ਲੈਣ ਵਾਲੀ ਗੱਲ ਕਿੱਥੋਂ ਆਈ ਆ, ਜਿਹੜੀਆਂ ਸ਼ੁਰੂ ਦੇ ਵਿੱਚ ਕੁਝ ਰਿਸਰਚਸ ਆਈਆਂ ਸੀ, ਉਹਨਾਂ ਰਿਸਰਚਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜਾ ਇਹ ਵੇਰੀਐਂਟ ਆ, ਓਮਿਕਰੋਨ ਵੇਰੀਐਂਟ ਆ, ਇਹ ਗਲੇ ਦੇ ਵਿੱਚ ਪਹਿਲਾਂ ਡਿਟੈਕਟ ਹੋ ਜਾਂਦਾ। ਇੱਕ ਸਟੱਡੀ ਸਾਊਥ ਅਫਰੀਕਾ ਦੇ ਵਿੱਚ ਆਈ ਸੀ, ਜਿਹੜੀ ਆਨਲਾਈਨ ਕ੍ਰਿਸਮਸ ਈਵ ਦੇ ਉੱਤੇ ਪਾਈ ਸੀ ਕਿ ਨੇਵਲ ਸਵੈਬ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਐਕੂਰੇਟ ਆ, ਪਰ ਡੈਲਟਾ ਵੇਰੀਐਂਟ ਨੂੰ ਡਿਟੈਕਟ ਕਰਨ ਦੇ ਵਿੱਚ। ਓਮਿਕਰੋਨ ਦੇ ਮਾਮਲੇ ਦੇ ਵਿੱਚ ਨੱਕ ਦੇ ਵਿੱਚੋਂ ਲਿਆ ਗਿਆ ਸੈਂਪਲ ਵਾਇਰਸ ਨੂੰ 86% ਡਿਟੈਕਟ ਕਰਦਾ, ਤੇ ਜੇ ਤੁਸੀਂ ਸਲਾਈਵਾ ਸੈਂਪਲ ਜਿਹੜਾ ਲੈਂਦੇ ਆ ਗਲੇ ਦੇ ਵਿੱਚੋਂ ਤਾਂ ਫਿਰ ਇਹ 100% ਜਿਹੜਾ ਉਹਨੂੰ ਡਿਟੈਕਟ ਕਰ ਲੈਂਦਾ। ਇਹ ਸਟੱਡੀ ਪ੍ਰੀ ਪ੍ਰਿੰਟ ਸੀ। ਪ੍ਰੀ ਪ੍ਰਿੰਟ ਦਾ ਮਤਲਬ ਇਹ ਆ ਕਿ ਇਹਨੇ ਅਜੇ ਪੀਅਰ ਰਿਵਿਊ ਦੇ ਲਈ, ਉਸ ਪ੍ਰੋਸੈਸ ਦੇ ਲਈ ਜਾਣਾ ਸੀ, ਇਹਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ। ਐਕਸਪਰਟ ਇਸ ਮਾਮਲੇ ਦੇ ਵਿੱਚ ਡਿਵਾਈਡਰ ਨੇ। ਕਲੀਅਰ ਕੱਟ ਇਹਦੇ ਉੱਤੇ ਕੁਛ ਕਹਿ ਰਹੇ ਆ ਕਿ ਗਲੇ ਦੇ ਵਿੱਚੋਂ ਲੈਣਾ ਚਾਹੀਦਾ ਸੈਂਪਲ, ਤੇ ਕੁਛ ਕਹਿ ਰਹੇ ਆ ਨੱਕ ਦੇ ਵਿੱਚੋਂ ਸੈਂਪਲ ਲੈਣਾ ਚਾਹੀਦਾ, ਖਾਸ ਕਰਕੇ ਰੈਪਿਡ ਟੈਸਟ ਦੇ ਮਾਮਲੇ ਦੇ ਵਿੱਚ। ਮੈਗਲ ਯੂਨੀਵਰਸਿਟੀ ਦੇ ਇਨਫੈਕਸ਼ੀਅਸ ਡਿਸੀਜ਼ ਸਪੈਸ਼ਲਿਸਟ ਨੇ ਡਾਕਟਰ ਮੈਥਿਊ ਔਟਗਨ, ਉਹ ਇਹ ਕਹਿ ਰਹੇ ਆ
ਕਿ ਰੈਪਿਡ ਐਟ ਹੋਮ ਟੈਸਟ ਇਸ ਵੇਲੇ ਅਵੇਲੇਬਲ ਕੈਨੇਡਾ ਦੇ ਵਿੱਚ ਹੈਗੀ ਆ। ਇਹਨੂੰ ਸਿਰਫ ਨੇਜ਼ਲ ਸਵੈਬ ਦੇ ਉੱਤੇ ਹੀ ਜਿਹੜਾ ਟੈਸਟ ਕੀਤਾ ਜਾਣਾ ਚਾਹੀਦਾ। ਤੇ ਉਹ ਕਹਿੰਦੇ ਇਹ ਜਿਸ ਤਰ੍ਹਾਂ ਮਿਲਟਰੀ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਲੜਾਈ ਦੇ ਵਿੱਚ ਜਿਹੜੀ ਆਰਮੀ ਤੁਹਾਡੇ ਕੋਲ ਹੈਗੀ ਆ ਉਹਦੇ ਨਾਲ ਜਾਂਦੇ ਆ, ਨਾ ਕਿ ਜਿਹੜੀ ਆਰਮੀ ਤੁਹਾਨੂੰ ਚਾਹੀਦੀ ਹੁੰਦੀ ਆ ਤੁਸੀਂ ਉਹਦੇ ਨਾਲ ਜਾਂਦੇ ਆ। ਸੋ ਜਿਹੜੀਆਂ ਇੰਸਟਰਕਸ਼ਨ ਮੈਨੂਫੈਕਚਰ ਦੇ ਰਿਹਾ ਉਸੇ ਤਰ੍ਹਾਂ ਜਾਇਆ ਜਾਵੇ, ਵੱਖਰੇ ਵੱਖਰੇ ਤਜਰਬੇ ਨਾ ਕੀਤੇ ਜਾਣ। ਉਹ ਕਹਿੰਦੇ ਸਾਡੇ ਕੋਲ ਜਿਹੜਾ ਇਸ ਵੇਲੇ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨਸ ਆ ਰਹੀਆਂ ਆ, ਇਸ ਗੱਲ ਨੂੰ ਸਮਝਣਾ ਪਊਗਾ ਕਿ ਇਹਦੀਆਂ ਫੰਡਾਮੈਂਟਲ ਲਿਮਿਟੇਸ਼ਨਸ ਨੇ ਟੈਸਟ ਦੀਆਂ, ਉਹਨੂੰ ਉਸੇ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਦੇ ਮੈਨੂਫੈਕਚਰਰ ਨੇ ਦੱਸਿਆ ਆ। ਯੂਨੀਵਰਸਿਟੀ ਆਫ ਟੋਰਾਂਟੋ ਦੇ ਐਪੀਡੈਮੋਲੋਜਿਸਟ ਨੇ ਡਾਕਟਰ ਕੋਲਿਨ ਫਿਊਨਸ, ਉਹ ਇਹ ਗੱਲ ਕਹਿੰਦੇ ਆ ਕਿ ਹੈਲਥ ਅਥਾਰਟੀਜ਼ ਨੂੰ ਇਸ ਮਾਮਲੇ ਉੱਤੇ ਗੱਲਬਾਤ ਜਿਹੜੀ ਆ ਉਹ ਕਾਫੀ ਸਾਫ਼ ਕਰਨੀ ਚਾਹੀਦੀ ਹੈ। ਕਲੀਅਰ ਇੰਸਟਰਕਸ਼ਨਸ ਹੋਣੀਆਂ ਚਾਹੀਦੀਆਂ ਕਿ ਉਹ ਇੰਸਟਰਕਸ਼ਨ ਸਾਰੇ ਕੈਨੇਡਾ ਦੇ ਵਿੱਚ ਇੱਕੋ ਤਰੀਕੇ ਨਾਲ ਜਾਂ ਪੂਰੀ ਦੁਨੀਆ ਦੇ ਵਿੱਚ ਘੱਟੋ ਘੱਟ ਇੱਕੋ ਤਰੀਕੇ ਨਾਲ ਫੋਲੋ ਕੀਤੀਆਂ ਜਾਣ ਕਿ ਤੁਸੀਂ ਗਲੇ ਦੇ ਵਿੱਚੋਂ ਸੈਂਪਲ ਲੈਣਾ ਆ ਜਾਂ ਨੱਕ ਦੇ ਵਿੱਚੋਂ ਸੈਂਪਲ ਲੈਣਾ ਆ। ਪਰ ਕਿਉਂਕਿ ਓਮੀਕਰੋਨ ਵੇਰੀਐਂਟ ਦਾ ਬਿਹੇਵੀਅਰ ਡਿਫਰੈਂਟ ਆ, ਇਹ ਵੱਖਰੇ ਤਰੀਕੇ ਦੇ ਨਾਲ ਬਿਹੇਵ ਕਰ ਰਿਹਾ, ਇਸ ਕਰਕੇ ਸ਼ਾਇਦ ਇਹ ਕਨਫਿਊਜ਼ਨ ਇਸ ਵੇਲੇ ਬਣੀ ਆ। ਦੱਸਿਆ ਜਾ ਰਿਹਾ ਕਿ ਟੈਸਟ ਜਿਹੜਾ ਹੈ ਲੈਸ ਸੈਂਸਿਟਿਵ ਆ ਨੱਕ ਦੇ ਮੋਹਰਲੇ ਹਿੱਸੇ ਦੇ ਲਈ, ਪਰ ਜਿਹੜੇ ਇਸ ਮਾਮਲੇ ਦੇ ਵਿੱਚ ਐਜੂਕੇਸ਼ਨ ਹੋਣੀ ਚਾਹੀਦੀ ਆ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਲੋਕਾਂ ਦੇ ਵਿੱਚ ਇਹ ਕਨਫਿਊਜ਼ਨ ਆ। ਹੈਲਥ ਕੈਨੇਡਾ ਨੇ ਸਲਾਹ ਇਹ ਦਿੱਤੀ ਆ ਕਿ ਜਦੋਂ ਤੁਸੀਂ ਟੈਸਟ ਕਰਦੇ ਆ ਜੋ ਕੁਛ ਉਹਦੇ ਮੈਨੂਫੈਕਚਰਰਸ ਨੇ ਉਸ ਟੈਸਟ ਕਿੱਟ ਦੇ ਉੱਤੇ ਲਿਖਿਆ ਆ ਕਿ ਤੁਸੀਂ ਨੱਕ ਦੇ ਵਿੱਚੋਂ ਸੈਂਪਲ ਲੈਣਾ, ਗਲੇ ਦੇ ਵਿੱਚੋਂ ਸੈਂਪਲ ਲੈਣਾ ਜਾਂ ਦੋਵੇਂ ਸੈਂਪਲ ਲੈਣੇ ਆ, ਉਸੇ ਅਨੁਸਾਰ ਟੈਸਟ ਕੀਤਾ ਜਾਵੇ ਤਾਂ ਨਤੀਜੇ ਵਧੀਆ ਆਉਣਗੇ। ਕੋਵਿਡ-19 ਬਾਰੇ ਕਈ ਸਵਾਲ ਸਾਡੇ ਆਲੇ ਦੁਆਲੇ ਘੁੰਮਦੇ ਨੇ, ਲੋਕ ਬਹੁਤ ਸਾਰੇ ਸਵਾਲ ਕਰਦੇ ਨੇ। ਇਹਨਾਂ ਸਵਾਲਾਂ ਦੇ ਵਿੱਚ ਇੱਕ ਸਭ ਤੋਂ ਵੱਧ ਕੀਤਾ ਜਾਣਾ ਸਵਾਲ ਇਹ ਆ ਕਿ ਕੀ ਜਿਹੜੇ ਵੈਕਸੀਨ ਲੱਗੀ ਵਾਲੇ ਲੋਕ ਨੇ ਉਹਨਾਂ ਨੂੰ ਓਮੀਕਰੋਨ ਵੇਰੀਐਂਟ ਹੋ ਸਕਦਾ ਤੇ ਉਹ ਹਸਪੀਟਲ ਦੇ ਵਿੱਚ ਜਾ ਸਕਦੇ ਆ? ਤੇ ਜੇ ਉਹ ਹਸਪੀਟਲ ਤੇ ਜਾ ਸਕਦੇ ਆ ਤੇ ਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੈਕਸੀਨ ਲੱਗੀ ਵਾਲੇ ਲੋਕ ਵੀ ਹਸਪਤਾਲ ਦੇ ਵਿੱਚ ਜਾ ਰਹੇ ਤਾਂ ਫਿਰ ਵੈਕਸੀਨ ਦਾ ਫਾਇਦਾ ਕੀ ਆ? ਜਾਂ ਜੇ ਵੈਕਸੀਨ ਲੱਗੀ ਵਾਲੇ ਲੋਕ ਨੂੰ ਇਨਫੈਕਸ਼ਨ ਹੋ ਸਕਦੀ ਹੈ ਪਰ ਉਹ ਹਸਪੀਟਲ ਦੇ ਵਿੱਚ ਨਹੀਂ ਜਾ ਸਕਦੀ ਤਾਂ ਫਿਰ ਇਹਨਾਂ ਡਰਨ ਦੀ ਕੀ ਲੋੜ ਆ? ਇਹਨਾਂ ਸਵਾਲਾਂ ਦੇ ਜਵਾਬ ਹੈਲਥ ਮਾਹਰ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਕਹਿੰਦੇ ਵੀ ਇਹ ਗੱਲ ਠੀਕ ਆ, ਜਿਨ੍ਹਾਂ ਨੂੰ 2 ਡੋਜ਼ ਲੱਗੀਆਂ ਹੋਣ ਉਹ ਹਸਪੀਟਲ ਦੇ ਵਿੱਚ ਜਾ ਸਕਦੇ ਆ ਕੋਵਿਡ-19 ਦੇ ਨਾਲ, ਜਿਹਦੇ ਵਿੱਚ ਓਮੀਕਰੋਨ ਵੇਰੀਐਂਟ ਵੀ ਸ਼ਾਮਲ ਆ। ਪਰ ਇਹਦਾ ਮਤਲਬ ਇਹ ਕਹਿ ਰਿਹਾ ਕਿ ਜੇਕਰ ਭਾਵੇਂ ਕਿ ਉਹਨਾਂ ਨੂੰ ਕੋਵਿਡ ਵੀ ਹੋ ਰਿਹਾ, ਹਸਪਤਾਲ ਦੇ ਵਿੱਚ ਵੀ ਜਾ ਰਹੇ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਇਹ ਵੈਕਸੀਨ ਆ ਇਹ ਤੁਹਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਦਿੰਦੀ। ਇਹਦੇ ਬਾਰੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਨੇ ਉਹ ਦੱਸ ਰਹੇ ਆ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਦੇਖਣਾ ਪਊਗਾ ਕਿ ਪਿਛਲੇ ਸਮੇਂ ਦੇ ਵਿੱਚ ਹਸਪੀਟਲ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ ਭਾਵੇਂ ਕਿ ਵੈਕਸੀਨ ਲੱਗੀ ਆ। ਓਮੀਕਰੋਨ ਜਿਹੜਾ ਆ ਇਹ ਕੁਛ ਜਿਹੜੀ ਇਮਿਊਨਿਟੀ ਆ ਤੁਹਾਨੂੰ ਵੈਕਸੀਨ ਪ੍ਰੋਵਾਈਡ ਕਰਦੀ ਆ, ਪਰ ਇਹਦੇ ਨਾਲ ਇੰਨਾ ਜ਼ਿਆਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਆ ਕਿ ਇਹਦੇ ਕਾਰਨ ਹਸਪੀਟਲ ਦੇ ਵਿੱਚ ਤੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਰਿਸਰਚਰਸ ਇਹਦੇ ਬਾਰੇ ਕਹਿੰਦੇ ਹੋਰ ਬਹੁਤ ਸਾਰੀਆਂ ਜੇ ਹੋਣੀਆਂ ਚਾਹੀਦੀਆਂ ਕਿ ਜਿਹੜਾ ਪ੍ਰੋਟੈਕਟਿਵ ਬੂਸਟਰ ਆ ਉਹ ਕਿੰਨੀ ਕੁ ਪ੍ਰੋਟੈਕਸ਼ਨ ਦਿੰਦਾ, ਉਹਦੇ ਨਾਲ ਓਮੀਕਰੋਨ ਦੇ ਮਾਮਲੇ ਦੇ ਵਿੱਚ ਕਿੰਨੀ ਕੁ ਪ੍ਰੋਟੈਕਸ਼ਨ ਮਿਲਦੀ ਹੈ। ਨੈਸ਼ਨਲ ਡਾਟਾ ਇਸ ਵੇਲੇ ਇਹ ਦੱਸ ਰਿਹਾ ਕਿ 14 ਦਸੰਬਰ 20 ਤੋਂ ਲੈ ਕੇ ਦਸੰਬਰ 18 2021 ਤੱਕ 80% ਲੋਕ ਹਸਪੀਟਲ ਦੇ ਵਿੱਚ ਗਏ ਆ ਤੇ 76% ਜਿਹੜੇ ਲੋਕ ਆ ਉਹ ਮਰੇ ਆ ਕੋਵਿਡ-19 ਦੇ ਨਾਲ ਜਿਹੜੇ ਅਨਵੈਕਸੀਨੇਟਡ ਸੀਗੇ। ਬੜੀ ਸਪਸ਼ਟ ਗੱਲ ਆ ਕਿ ਜਿੰਨੇ ਲੋਕ ਹਸਪੀਟਲ ਦੇ ਵਿੱਚ ਗਏ ਆ ਉਹਨਾਂ ਦੇ ਵਿੱਚੋਂ 80% ਉਹ ਸੀ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ, ਤੇ ਜਿੰਨੇ ਲੋਕਾਂ ਦੀ ਮੌਤ ਹੋਈ ਆ ਉਹਨਾਂ ਦੇ ਵਿੱਚੋਂ 76% ਉਹ ਸੀ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ। ਸੋ ਇਹ ਅੰਕੜੇ ਬਹੁਤ ਸਪਸ਼ਟ ਰੂਪ ਦੇ ਵਿੱਚ ਸਾਫ਼ ਕਰ ਦਿੰਦੇ ਆ ਕਿ ਚਾਹੇ ਓਮੀਕਰੋਨ ਆ ਤੇ ਚਾਹੇ ਡੈਲਟਾ ਵੇਰੀਐਂਟ ਆ, ਵੈਕਸੀਨ ਪ੍ਰੋਟੈਕਸ਼ਨ ਦਿੰਦੀ ਆ। ਜਿੱਥੇ ਇਹ ਬਿਮਾਰੀ ਵੱਧ ਫੈਲ ਰਹੀ ਆ ਉਹ ਉਹਨਾਂ ਲੋਕਾਂ ਦੇ ਵਿੱਚ ਫੈਲ ਰਹੀ ਆ ਜਿੱਥੇ ਵੈਕਸੀਨ ਨਹੀਂ ਲੱਗੀ। ਲੋਕ ਅਗਲਾ ਸਵਾਲ ਇਹ ਕਰ ਰਹੇ ਆ ਕਿ ਫਿਰ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਵੈਕਸੀਨ ਨਹੀਂ ਲੱਗੀ ਉਹਨਾਂ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਹੈ ਜਿੰਨੀ ਵੈਕਸੀਨ ਲੱਗੀ ਵਾਲਿਆਂ ਦੀ ਗਿਣਤੀ ਵਾਲੇ ਲੋਕ ਹਸਪਤਾਲ ਦੇ ਵਿੱਚ ਨੇ। ਇਹਦਾ ਜਵਾਬ ਇਹ ਦਿੱਤਾ ਜਾ ਰਿਹਾ ਕਿ ਅੰਕੜਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ, ਕਿਉਂਕਿ ਵੈਕਸੀਨ ਲੱਗੀ ਵਾਲੇ ਲੋਕ ਕੈਨੇਡਾ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ, ਬਹੁਤ ਵੱਡੀ ਗਿਣਤੀ ਨੂੰ ਵੈਕਸੀਨ ਲੱਗ ਚੁੱਕੀ ਹੈ। ਤਾਂ ਕੁਦਰਤੀ ਉਹਨਾਂ ਦੇ ਵਿੱਚੋਂ ਜੇਕਰ ਘੱਟ % ਵੀ ਬਿਮਾਰ ਹੋਊਗੀ ਤਾਂ ਉਹਨਾਂ ਦੀ ਗਿਣਤੀ ਦੂਜਿਆਂ ਨਾਲੋਂ ਫਿਰ ਵੀ ਜ਼ਿਆਦਾ ਰਹਿਣੀ ਹੈ। ਸੋ ਜੇਕਰ % ਦੇਖੀ ਜਾਵੇ
ਤਾਂ ਜਿਨ੍ਹਾਂ ਦੇ ਵੈਕਸੀਨ ਲੱਗੀ ਆ ਉਹਨਾਂ ਦੇ ਵਿੱਚੋਂ ਬਹੁਤ ਘੱਟ ਪਰਸੈਂਟ ਹਸਪੀਟਲ ਦੇ ਵਿੱਚ ਗਈ ਆ। ਮੌਤ ਦੀ ਜਿਹੜੀ ਦਰ ਆ ਉਹ ਵੀ ਉਹਨਾਂ ਦੇ ਵਿੱਚ ਬਹੁਤ ਘੱਟ ਆ। ਪਰ ਕਈ ਕਿਸਮ ਦੀਆਂ ਜਿਹੜੀਆਂ ਗ੍ਰਾਫਿਕ ਇਲਸਟ੍ਰੇਸ਼ਨਸ ਨੇ ਉਹਨੂੰ ਦੇਖਣ ਤੋਂ ਬਾਅਦ ਇੱਦਾਂ ਲੱਗਦਾ ਕਿ ਵੈਕਸੀਨ ਲੱਗੀ ਵਾਲੇ ਲੋਕ ਵੀ ਹਸਪੀਟਲ ਦੇ ਵਿੱਚ ਵੱਡੀ ਗਿਣਤੀ ਵਿੱਚ ਗਈ ਆ, ਪਰ ਉਹਨਾਂ ਦੀ ਦੂਜਿਆਂ ਦੇ ਮੁਕਾਬਲੇ ਜੇਕਰ ਦੇਖਿਆ ਜਾਵੇ ਤਾਂ ਗਿਣਤੀ ਬਹੁਤ ਘੱਟ ਆ। ਔਰ ਉਹਨੂੰ ਵੀ ਇਸ ਤਰੀਕੇ ਦੇ ਨਾਲ ਜੇਕਰ ਪਰਸੈਂਟੇਜ ਵਾਈਜ਼ ਦੇਖਿਆ ਜਾਵੇ ਕਿ ਕਿੰਨੇ ਪਰਸੈਂਟ ਲੋਕ ਗਏ ਆ, ਤਾਂ ਸਮਝ ਆਉਂਦਾ ਕਿ ਵੈਕਸੀਨ ਕਲੀਅਰ ਕੱਟ ਪ੍ਰੋਟੈਕਸ਼ਨ ਦਿੰਦੀ ਆ। 80% ਲੋਕ ਹਸਪਤਾਲ ਦੇ ਵਿੱਚ ਉਹ ਜਾ ਰਹੇ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ। ਇਸੇ ਤਰ੍ਹਾਂ ਲੋਕ ਇਹ ਵੀ ਪੁੱਛ ਰਹੇ ਆ ਕਿ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਕਦੋਂ ਚੱਕੀਆਂ ਜਾਣਗੀਆਂ। ਹੁਣ ਇਸ ਮਾਮਲੇ ਦੇ ਵਿੱਚ ਵੱਖ-ਵੱਖ ਮਾਹਰ ਇਹ ਰਾਏ ਦੇ ਰਹੇ ਆ ਕਿ ਇਹਦੇ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਪਤਾ, ਕਿ ਬਹੁਤ ਸਾਰੇ ਲੋਕ ਆ ਜਿਹੜੇ ਜਿਨ੍ਹਾਂ ਦੇ ਵਿੱਚ ਮੰਨਿਆ ਜਾਂਦਾ, ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਜਦੋਂ ਵੈਕਸੀਨ ਬਹੁਤੇ ਲੋਕਾਂ ਦੇ ਲੱਗ ਗਈ, ਇੱਕ ਹਰਡ ਇਮਿਊਨਿਟੀ ਬਣ ਗਈ, ਉਹਦੇ ਤੋਂ ਬਾਅਦ ਸਾਰਾ ਕੁਝ ਠੀਕ ਠਾਕ ਹੋ ਜਾਣਾ। ਹੁਣ ਜਿਹੜੀ ਆਸ ਆ ਬੂਸਟਰ ਸ਼ਾਟ ਦੇ ਉੱਤੇ ਆ ਕਿ ਕਿਉਂਕਿ ਇਸ ਵਾਇਰਸ ਨੂੰ ਆਏ ਨੂੰ ਵੀ ਚਿਰ ਹੋ ਗਿਆ, ਬੂਸਟਰ ਸ਼ਾਟ ਵੀ ਲੱਗ ਜਾਏਗਾ ਤੇ ਉਹਦੇ ਤੋਂ ਬਾਅਦ ਕਾਫੀ ਚਾਂਸਸ ਆ ਕਿ ਹੌਲੀ ਹੌਲੀ ਇਹ ਵਾਇਰਸ ਨੇ ਖਤਮ ਹੋ ਜਾਣਾ। ਪਰ ਕਿਉਂਕਿ ਇਸ ਵੇਲੇ ਕਾਫੀ ਲੰਬਾ ਸਮਾਂ ਲੱਗ ਰਿਹਾ ਆ ਔਰ ਉਹ ਸ਼ਾਟ ਲੱਗਣ ਤੋਂ ਬਾਅਦ ਵੀ ਦੱਸਦੇ ਆ ਕਿ 1-2 ਹਫ਼ਤੇ ਲੱਗਦੇ ਆ ਅੰਦਰ ਜਿਹੜੀ ਇਮਿਊਨਿਟੀ ਬਣਨ ਦੇ ਲਈ। ਸੋ ਹਜੇ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਪੈਂਡੈਮਿਕ ਕਦੋਂ ਖਤਮ ਹੁੰਦੀ ਆ, ਜਾਂ ਘੱਟੋ ਘੱਟ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਉਹ ਕਦੋਂ ਚੱਕੀਆਂ ਜਾਣਗੀਆਂ। ਇਸ ਪੈਂਡੈਮਿਕ ਦੇ ਵਿੱਚ ਲੋਕਾਂ ਨੇ ਇਸ ਕੋਵਿਡ-19 ਦੇ ਕਈ ਬਦਲਦੇ ਰੂਪ ਦੇਖੇ ਆ। ਜਦੋਂ ਪੈਂਡੈਮਿਕ ਸ਼ੁਰੂ ਹੋਈ ਆ ਲੋਕਾਂ ਦੇ ਵਿੱਚ ਅਜੀਬ ਤਰ੍ਹਾਂ ਦਾ ਡਰ ਸੀ। ਉਹਦੇ ਤੋਂ ਬਾਅਦ ਅਗਲੀਆਂ ਵੇਵਸ ਆਉਂਦੀਆਂ ਗਈਆਂ, ਲੋਕਾਂ ਦੇ ਮਨਾਂ ਵਿੱਚੋਂ ਕਿਤੇ ਨਾ ਕਿਤੇ ਡਰ ਨਿਕਲਦਾ ਰਿਹਾ। ਪਰ ਕੋਵਿਡ-19 ਨਾਲ ਹੋਣ ਵਾਲੀ ਤਬਾਹੀ ਜਾਰੀ ਰਹੀ ਤੇ ਇਹਦੇ ਵੱਧਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ। ਕਦੇ-ਕਦੇ ਕੋਵਿਡ-19 ਜਿਸ ਵਿਅਕਤੀ ਨੂੰ ਹੁੰਦਾ ਸੀ, ਲੋਕ ਉਸ ਤੋਂ ਬਹੁਤ ਜ਼ਿਆਦਾ ਡਰਦੇ ਸੀ, ਉਸ ਤੋਂ ਪਰੇ ਰਹਿੰਦੇ ਸੀ। ਹੌਲੀ-ਹੌਲੀ ਇਹ ਜਦੋਂ ਬਹੁਤ ਸਾਰੇ ਲੋਕਾਂ ਨੂੰ ਹੋ ਗਿਆ ਤਾਂ ਇਹ ਗੱਲ ਆਮ ਹੋ ਗਈ। ਹੁਣ ਇੱਕ ਸਮੱਸਿਆ ਕੋਵਿਡ-19 ਦੇ ਨਾਲ ਇਹ ਆਈ ਆ ਕਿ ਜਿਹੜਾ ਸਟਾਫ ਆ, ਹੈਲਥ ਕੇਅਰ ਵਰਕਰਸ ਨੇ, ਉਹਨਾਂ ਦੇ ਵਿੱਚ ਕਮੀ ਆ ਰਹੀ ਆ, ਉਹਨਾਂ ਦੀ ਸ਼ਾਰਟੇਜ ਆ। ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਹ ਵਰਕਰਸ ਪੂਰੇ ਜਿੰਨੇ ਚਾਹੀਦੇ ਆ ਉਹਨੇ ਨਹੀਂ ਮਿਲ ਰਹੇ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਬਿਮਾਰ ਨੇ ਜਾਂ ਛੁੱਟੀ ਤੇ ਚਲੇ ਗਏ ਨੇ। ਇਸ ਮਾਮਲੇ ਦੇ ਵਿੱਚ ਓਟਵਾ ਦਾ ਜਿਹੜਾ ਸਭ ਤੋਂ ਵੱਡਾ ਹਸਪੀਟਲ ਆ, ਉਹਦੇ ਵਿੱਚੋਂ ਇੱਕ ਗੱਲਬਾਤ ਸਾਹਮਣੇ ਆਈ ਆ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਹੈਲਥ ਕੇਅਰ ਵਰਕਰ ਛੁੱਟੀ ਦੇ ਉੱਤੇ ਇਸ ਕਰਕੇ ਗਏ ਆ ਕਿਉਂਕਿ ਉਹਨਾਂ ਨੂੰ ਕੋਵਿਡ-19 ਹੋ ਗਿਆ, ਉਹਨਾਂ ਨੂੰ ਦੁਬਾਰਾ ਕੰਮ ਦੇ ਉੱਤੇ ਬੁਲਾ ਲਿਆ ਜਾਵੇ। ਗੱਲ ਬੜੀ ਹੈਰਾਨੀ ਵਾਲੀ ਆ, ਪਰ ਹੈ ਇਸ ਗੱਲ ਦੇ ਵਿੱਚ ਸੱਚਾਈ ਕਿ ਜਿਹੜੇ ਹੈਲਥ ਕੇਅਰ ਵਰਕਰ, ਜਿਹੜਾ ਸਟਾਫ ਕਿਉਂਕਿ ਕ੍ਰਾਈਸਿਸ ਬਹੁਤ ਵੱਡਾ ਆ, ਲੋੜ ਬਹੁਤ ਵੱਡੀ ਆ, ਇਸ ਕਰਕੇ ਜਿਨ੍ਹਾਂ ਨੂੰ ਕੋਵਿਡ-19 ਹੋਇਆ ਆ, ਭਾਵ ਜਿਹੜੇ ਸਿੰਪਟੋਮੈਟਿਕ ਨੇ ਚਾਹੇ ਇਹ ਸਿੰਪਟੋਮੈਟਿਕ ਨੇ, ਉਹਨਾਂ ਨੂੰ ਵਾਪਸ ਕੰਮ ਦੇ ਉੱਤੇ ਬੁਲਾਇਆ ਜਾ ਸਕਦਾ ਕਿ ਭਾਵੇਂ ਤੁਹਾਨੂੰ ਕੋਵਿਡ-19 ਹੋ ਗਿਆ, ਤੁਸੀਂ ਕੰਮ ਦੇ ਉੱਤੇ ਵਾਪਸ ਆਓ। ਹਾਲਾਂਕਿ ਇਹਦੇ ਬਾਰੇ ਕੋਈ ਹਜੇ ਤੱਕ ਕਨਫਰਮੇਸ਼ਨ ਨਹੀਂ ਆਈ, ਪਰ ਜਿਹੜਾ ਉੱਥੋਂ ਦਾ ਇੱਕ ਇੰਟਰਨਲ ਡਾਕੂਮੈਂਟ ਆ ਓਟਵਾ ਹਸਪੀਟਲ ਦਾ, ਜਨਵਰੀ 5 ਦੀ ਉਹਦੀ ਤਰੀਕ ਪਾਈ ਆ ਉਹਦੇ ਉੱਤੇ, ਉਹ ਦੱਸਦੇ ਆ ਕਿ ਇੱਕ ਡਿਸੀਜਨ ਮੇਕਿੰਗ ਪ੍ਰੋਸੈਸ ਇਸ ਵੇਲੇ ਚੱਲ ਰਿਹਾ ਕਿ ਹੈਲਥ ਕੇਅਰ ਵਰਕਰਸ ਨੂੰ ਅਲਾਓ ਕੀਤਾ ਜਾ ਸਕਦਾ ਭਾਵੇਂ ਕਿ ਉਹ ਕੋਵਿਡ-19 ਨੂੰ ਐਕਸਪੋਜ਼ ਹੋਏ ਹੋਣ। ਹਸਪੀਟਲ ਇਹ ਗੱਲਬਾਤ ਕਹਿ ਰਿਹਾ ਹੈ ਕਿ ਜੇਕਰ ਸਾਡੇ ਕੋਲ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਬਣ ਗਈ, ਇੱਥੋਂ ਤੱਕ ਜ਼ਰੂਰਤ ਪੈ ਗਈ ਕਿ ਸਾਡੇ ਕੋਲੋਂ ਕੰਮ ਚੱਲ ਹੀ ਨਹੀਂ ਰਿਹਾ, ਤਾਂ ਅਸੀਂ ਉਸ ਵੇਲੇ ਉਹਨਾਂ ਵਰਕਰਸ ਨੂੰ ਜਿਹੜੇ ਟੈਸਟ ਪੋਜ਼ਿਟਿਵ ਹੋ ਚੁੱਕੇ ਆ ਉਹਨਾਂ ਨੂੰ ਕੰਮ ਦੇ ਉੱਤੇ ਸੱਦਾਂਗੇ। ਤੇ ਜੇ ਇਹ ਅਪਰੂਵ ਹੋ ਜਾਂਦਾ ਆ ਤੇ ਇਹਨੂੰ ਫਿਰ ਉਹ ਕਹਿੰਦੇ ਅਸੀਂ ਕੇਸ ਬਾਈ ਕੇਸ ਦੇਖਾਂਗੇ। ਤੇ ਜਿਹੜੇ ਫਿਰ ਉਹ ਕੋਵਿਡ-19 ਹੋ ਚੁੱਕੇ ਵਾਲੇ ਹੈਲਥ ਕੇਅਰ ਵਰਕਰ ਇੱਥੇ ਆਉਣਗੇ, ਉਹਨਾਂ ਨੂੰ ਕਹਿੰਦੇ ਵਰਕ ਸੈਲਫ ਆਈਸੋਲੇਸ਼ਨ ਦੇ ਅੰਡਰ ਕੰਮ ਕਰਨਾ ਪਊਗਾ ਕਿ ਉਹਨਾਂ ਨੂੰ ਰੋਜ਼ ਆਪਣਾ ਟੈਸਟ ਕਰਨਾ ਪਊਗਾ, ਸੈਲਫ ਆਈਸੋਲੇਟ ਹੋਣਾ ਪਊਗਾ ਕੰਮ ਦੇ ਉੱਤੇ ਵੀ ਤੇ ਕੰਮ ਤੋਂ ਬਾਹਰ ਵੀ। ਤੇ ਦੂਜੀ ਗੱਲ, ਭਾਵੇਂ ਉਹ ਬ੍ਰੇਕ ਲੈਂਦੇ ਆ ਉਸ ਵੇਲੇ ਵੀ ਉਹਨਾਂ ਨੂੰ ਕਲੀਗਸ ਤੋਂ ਪਰੇ ਰਹਿਣਾ ਪਊਗਾ, ਫੈਮਿਲੀ ਤੋਂ ਪਰੇ ਰਹਿਣਾ ਪਊਗਾ। ਜੇ ਕੋਈ ਟਰੈਵਲ ਕਰਕੇ ਆਉਂਦੇ ਆ ਤਾਂ ਉਹਨਾਂ ਨੂੰ ਪ੍ਰਾਈਵੇਟ ਵਹੀਕਲ ਦੇ ਵਿੱਚ ਆਉਣਾ ਪਊਗਾ, ਤੇ ਜੇ ਉਹ ਪਬਲਿਕ ਟਰਾਂਸਪੋਰਟ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ PPE ਪਾਉਣੀਆਂ ਪੈਣਗੀਆਂ, ਤੇ 2 ਮੀਟਰ ਕਿਸੇ ਵੀ ਦੂਜੇ ਵਿਅਕਤੀ ਤੋਂ ਪਰੇ ਰਹਿਣਾ ਪਊਗਾ ਤਾਂ ਕਿ ਡਾਇਰੈਕਟ ਉਹਨਾਂ ਦੇ ਕੰਟੈਕਟ ਦੇ ਵਿੱਚ ਨਾ ਆਉਣ। ਭਾਵ ਉਹਨਾਂ ਨੂੰ ਆਈਸੋਲੇਸ਼ਨ ਦੀ ਸਥਿਤੀ ਦੇ ਵਿੱਚ ਹੀ ਘਰੋਂ ਲਿਆਂਦਾ ਜਾਊਗਾ। ਉਹ ਆਪਣੀ PPE ਕਿੱਟ ਪੂਰੀ ਪਾ ਕੇ ਆਉਣਗੇ, ਇੱਥੇ ਆ ਕੇ ਹਸਪੀਟਲ ਦੇ ਵਿੱਚ ਬਾਕੀ ਸਾਰਿਆਂ ਤੋਂ ਵੱਖਰੇ ਰਹਿਣਗੇ ਪਰ ਕੰਮ ਕਰਨਗੇ। ਜ਼ਰੂਰਤ ਇਸ ਕਰਕੇ ਆ
कि स्टाफ की शॉर्टेज बहुत है, काम करने वाले हैल्थ केयर वर्करस उन्ने मिल नहीं रहे। हुण रिस्क ये हैगा इस मामले के हुण लोग दो तरह सोच रहे हैं। बहुत सारे जो हैल्थ केयर वर्करस ने वो ये कहिंदे भी ये तो बड़ी सीधी जी बेसिकली गलत गल आ कि सानू कोविड-19 होया तो असीं कोविड-19 के मरीजों का इलाज करने के लिए आ रहे हैं, तो वो चांसिस बहुत ज़्यादा है कि बहुत सारे लोग साडे कॉन्टैक्ट के आ सकते हैं तो उन्होंने कोविड-19 हो सकता है। ये खास करके जो वलनेरेबल पेशेंट्स ने उन्होंने तो परे रहने की खास तौर के उत्ते लोड़ होगी। जो नर्सिस ने वो कह रही हैं कि ये जो कुछ असी एज ए नर्स करदियां आ ये सारा कुछ वो अपोजिट आ, वो उल्ट आ। ऑटवा हॉस्पिटल के कुछ नर्सिस ने इस बारे अपना जोड़ा चिंता आ वो जाहिर की है। वो कहते असीं काम के उत्ते जावांगे जिस तरह बाकी दिनों के जाने आ। पिछले हफ्ते कई सैकड़े ऑटवा हैल्थ केयर वर्करस जिहड़े आ वो काम ते नहीं आए क्योंकि उन्होंने कोविड-19 हो गया। हॉस्पिटल ये दस रहा कि 125 स्टाफ हस्पताल का काम के उत्ते नहीं आ ते वो पॉजिटिव आया कोविड-19 के टेस्ट लई। हुण नर्सिस ये कह रही हैं कि जेकर साडे कारण किसी व्यक्ति नूं कोविड हो गया, क्योंकि उन्होंने तो कोविड हो ही चुका, हुण उन्होंने जे उन्होंने करके किसी होर नूं हो गया तो कहते जे वो बीमार हो गया तो ICU दे विच जाके वो खत्म हो गया तो असीं वो कहते मुड़ के लगता नहीं कि एज ए नर्स सारी उम्र काम कर सकांगियां। ये गल अपने आप दे विच अजीब भी है, पर बार बार ये गल कही जा रही है उस डॉकूमेंट दे विच कि ये एक्सट्रीम सरकमस्टांसिस दे विच हो सकदा कि जेकर बहुत ज़्यादा हालात विगड़ गई तो उन्होंने एक्सट्रीम सरकमस्टांसिस दे विच ये फैसला लिया जा सकता। हुण इहदे विच दो तरह का रिस्क आ। एक रिस्क तो यह आ कि जिहड़ी नर्स नूं कोविड-19 होया आ अगे जिहड़ा पेशेंट आ उहनूं भी कोविड-19 होया उहदा इलाज कर रही है, तो चांसिस बहुत सारे ये आ कि वो आले दुआले उस थां दे उत्ते कोविड-19 उहदे कारण फैल सकदा। ये एक रिस्क हैगा। दूजे पासे रिस्क ये आ कि मरीज़ नूं कोविड-19 होया आ उहनूं अटेंड करन दे लई उत्थे नर्स ही नहीं आ तो उन्होंने क्योंकि सांभण के लिए मरीजों के लिए हैल्थ केयर वर्करस ही है नहीं गए तो उन्होंने केयर की नहीं जा सकती, तो वैसे बहुत बड़े खतरे के विच पै सकते हैं। हॉस्पिटल ये देख रहा कि सानू रिस्क देखना पऊगा कि इस पासे ज़्यादा है। जेकर रिस्क इन्ना ज़्यादा वध गया कि हैल्थ वर्करस की घाट के कारण लोगों दी जानां जाण लग पईयां तो असीं कोविड-19 पॉजिटिव वाले हैल्थ वर्करस नूं भी सद लवांगे। तो जिन्ना चिर यह लगता है कि उन्होंने सदे बिना सर सकता तो वह रिस्क नहीं लिया जाऊगा। पर यह अपने आप के एक बहुत बड़ी गल आ। ये बारे जो नर्सिस यूनीयनस ने वो भी चिंता कर रही ने कि इस तरह नहीं होना चाहिए, कोई ना कोई हल यदा होना चाहिए। पर यह क्योंकि नॉर्मल नहीं है इस तरह करना, तो दूजे पासे भी कहा जा रहा है कि सिचुएशन भी जी इस वेले नॉर्मल नहीं है। जे बहुत एबनॉर्मल जी सिचुएशन हो जाती है तो वो इदा सदना पै सकता। भावें PPE किट पा के उन्होंने सैल्फ आइसोलेशन के रहना, पर फिर भी ये 100% फूल प्रूफ नहीं हो सकता। बहुत सारे सरकमस्टांसिस दे विच इहदा रिस्क पूरे का पूरा रहूगा। सो इस गल नूं लैके इस वेले जे आउण वाले भविख दे विच ये फैसला लिया जाता है तां इहदा किन्ना क चंगा असर होऊगा। बहुत जिहड़ी नर्सिस यूनीयन आ वो इहनूं बैड बैंडेड सलूशन कह रही है कि ये समस्या का हल नहीं है, इहदा कोई ना कोई होर हल कढ़िया जाना चाहिए। वो कहते जी वर्क सैल्फ आइसोलेशन है बैड बैंडेड सलूशन आ, तो क्रिटिकल सिचुएशन दे विच सानू कदे भी इस तरीके दे नाल करना नहीं चाहिए। इहदा कोई ना कोई हल होर निकलना चाहिए है। अंटारियो सरकार जी गाइडलाइनस दे रही है उन्होंने अपने हैल्थ केयर वर्करस नूं काम ते आउण दे लई स्टाफ शॉर्टेज के लिए खास हदायतां दित्तियां। तो यह भी इत्थे जिहड़ी गल ध्यान रखण वाली आ कि बार्डर के दूजे पार जिहड़े हैल्थ केयर वर्करस ने अमेरिका दे विच उन्हां नूं कोविड-19 जां माइल्ड कोल्ड सिम्पटम्स हैगे आ उन्हां नूं काम करन दी आग्या दित्ती गई है। सेंटर फॉर डिजीज़ कंट्रोल ने उन्होंने जिहड़ियां गाइडलाइनस पिछले महीने अपडेट कीतियां वो भी स्टाफ शॉर्टेज नाल जूझ रहे आ। उन्होंने ये हल लभ्या, शायद दुनिया के बहुत सारे देश इस मॉडल नूं फॉलो करनगे। जिद्दां जिद्दां मनुख ने तरक्की की है उदां उदां बीमारियां ने भी तरक्की की है। अजोके समय विच विग्यान के नाल नाल बहुत सारियां इहो जिहियां अलामतां मनुख नूं चिंबड़ गईयां जिहदा इलाज अजे तक विग्यान नहीं लभ्या। ਇਹਦੇ ਵਿੱਚੋਂ ਇੱਕ ਬਹੁਤ ਆਮ ਜਿਹਾ ਨਾਂ ਜਿਹੜਾ ਸੁਣਨ ਨੂੰ ਮਿਲਦਾ ਉਹਨੂੰ ਆਟੋ ਇਮਿਊਨ ਡਿਜ਼ੀਜ਼ ਕਹਿੰਦੇ ਆ।
ਆਟੋਇਮਿਊਨ ਡਿਜ਼ੀਜ਼ ਦਾ ਸੰਬੰਧ ਸਾਡੀ ਜੈਨੇਟਿਕਸ ਨਾਲ ਦੱਸਿਆ ਜਾਂਦਾ ਕਿ ਸਾਡੀ ਜੈਨੇਟਿਕਸ ਦੇ ਵਿੱਚ ਸਾਡੇ ਅੰਦਰ ਸਰੀਰ ਦੇ ਵਿੱਚ ਕਈ ਤਬਦੀਲੀਆਂ ਇਹੋ ਜਿਹੀਆਂ ਵਾਪਰ ਜਾਂਦੀਆਂ ਜਿਹਦੇ ਵਿੱਚ ਸਾਡੀ ਬਾਡੀ ਦਾ ਇਮਿਊਨ ਸਿਸਟਮ ਜਿਹੜਾ ਬਚਾਅ ਪ੍ਰਬੰਧ ਆ ਉਹ ਚੰਗੇ ਸਿਹਤਮੰਦ ਹੈਲਦੀ ਤੇ ਦੂਜੇ ਟਿਸ਼ੂਜ਼ ਦੂਜੇ ਸੈਲਸ ਦੂਜੇ ਜਿਹੜੇ ਹਾਨੀਕਾਰਕ ਚੀਜ਼ਾਂ ਉਹਨਾਂ ਦੇ ਵਿੱਚ ਫਰਕ ਨਹੀਂ ਕਰ ਸਕਦਾ ਤੇ ਉਹਦੇ ਤਹਿਤ ਉਹ ਸਾਡੇ ਸਰੀਰ ਦੇ ਸਿਹਤਮੰਦ ਸੈਲਸ ਨੂੰ ਵੀ ਖਾਣਾ ਸ਼ੁਰੂ ਕਰ ਦਿੰਦਾ ਜਿਹਦੇ ਨਾਲੇ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ। ਇਹਨਾਂ ਆਟੋਇਮਿਊਨ ਡਿਜ਼ੀਜ਼ ਦੇ ਵਿੱਚ ਪਿਛਲੇ ਲੰਬੇ ਸਮੇਂ ਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ। ਇਹ ਡਿਸਆਰਡਰਸ ਜਿਹੜੇ ਇਮਿਊਨ ਸਿਸਟਮ ਦੇ ਨੇ ਇਹ ਲਗਭਗ ਪੂਰੀ ਦੁਨੀਆ ਦੇ ਵਿੱਚ ਵੱਧ ਰਹੇ ਨੇ ਤੇ ਇਹਦਾ ਸੰਬੰਧ ਕਿਤੇ ਨਾ ਕਿਤੇ ਵੈਸਟਰਨ ਡਾਈਟ ਨਾਲ ਦੱਸਿਆ ਜਾ ਰਿਹਾ ਭਾਵ ਫਾਸਟ ਫੂਡ ਨਾਲ ਦੱਸਿਆ ਜਾ ਰਿਹਾ। ਆਟੋਇਮਿਊਨ ਡਿਜ਼ੀਜ਼ ਜਿਹਦੇ ਵਿੱਚ ਟਾਈਪ 1 ਡਾਇਬੀਟੀਜ਼ ਵੀ ਆ ਮਲਟੀਪਲ ਸਕਲੇਰੋਸਿਸ ਵੀ ਆ ਇਹਦੇ ਵਿੱਚ ਰੂਮੇਟਾਇਡ ਆਰਥਰਾਈਟਿਸ ਵੀ ਆ ਇਹਦੇ ਵਿੱਚ ਜਿਹੜੀ ਆ ਕੋਲਾਈਟਿਸ ਵੀ ਆ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਪਿਛਲੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧੀਆਂ ਆ ਉਹ ਬਿਮਾਰੀਆਂ ਜਿਨ੍ਹਾਂ ਦਾ ਪਹਿਲਾਂ ਕਦੇ ਲੋਕਾਂ ਨੇ ਨਾਂ ਨਹੀਂ ਸੀ ਸੁਣਿਆ। ਇਹਦੇ ਉੱਤੇ ਕੁਝ ਵਿਗਿਆਨੀ ਜਿਨ੍ਹਾਂ ਦੇ ਵਿੱਚ ਜੇਮਸ ਲੀ ਤੇ ਜਿਹੜਾ ਕਰੋਲਾ ਵਿਯੰਜ਼ੀਆ ਆ ਉਹ ਕੰਮ ਕਰ ਰਹੇ ਆ ਲੰਡਨ ਦੀ ਫ੍ਰਾਂਸਿਸ ਕ੍ਰਿਕ ਇੰਸਟੀਚਿਊਸ਼ਨ ਦੇ ਵਿੱਚ ਤੇ ਉਹ ਕਹਿ ਇਹ ਰਹੇ ਆ ਕਿ ਜਿਹੜਾ ਫਾਸਟ ਫੂਡ ਆ ਇਹ ਇਹਨਾਂ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਜ਼ਿੰਮੇਵਾਰ ਆ ਪਰ ਇਹ ਫਾਸਟ ਫੂਡ ਦੀਆਂ ਜਿਹੜੀਆਂ ਫਰੈਂਚਾਈਜ਼ੀਜ਼ ਨੇ ਇਹਦੀਆਂ ਚੇਨਸ ਨੇ ਪੂਰੀ ਦੁਨੀਆ ਦੇ ਵਿੱਚ ਅਜੇ ਵੀ ਬਹੁਤ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ ਕਿਉਂਕਿ ਲੋਕ ਇਹ ਫਾਸਟ ਫੂਡ ਬਹੁਤ ਜ਼ਿਆਦਾ ਖਾ ਰਹੇ ਆ। ਹੁਣ ਦੱਸਿਆ ਜਾ ਰਿਹਾ ਕਿਉਂਕਿ ਇਹਦੇ ਵਿੱਚ ਕਹਿੰਦੇ ਕੁਝ ਜਿਹੜੇ ਬਹੁਤ ਮਹੱਤਵਪੂਰਨ ਤੱਤ ਇਨਗਰੀਡੀਐਂਟਸ ਨੇ ਉਹ ਨਹੀਂ ਹੁੰਦੇ ਇਸ ਕਰਕੇ ਇਹ ਬਿਮਾਰੀਆਂ ਫੈਲ ਰਹੀਆਂ ਨੇ। ਬਹੁਤ ਸਾਰੀਆਂ ਜਿਹੜੀਆਂ ਆਟੋਇਮਿਊਨ ਕੇਸਿਸ ਨੇ ਇਹ ਦੱਸਿਆ ਜਾ ਰਿਹਾ ਕਿ 40 ਕੁ ਸਾਲ ਪਹਿਲਾਂ ਵੈਸਟ ਦੇ ਵਿੱਚ ਇਧਰ ਪੱਛਮ ਦੇ ਵਿੱਚ ਵਧਣੇ ਸ਼ੁਰੂ ਹੋਏ ਆ ਔਰ ਉਹਦੇ ਤੋਂ ਬਾਅਦ ਜਿਹੜੇ ਹੁਣ ਕਹਿੰਦੇ ਇਹਨੂੰ ਦੇਖਿਆ ਜਾ ਰਿਹਾ ਕਿ ਦੂਜੇ ਉਹਨਾਂ ਦੇਸ਼ਾਂ ਦੇ ਵਿੱਚ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਹ ਆਟੋਇਮਿਊਨ ਡਿਜ਼ੀਜ਼ਸ ਪਹਿਲਾਂ ਕਦੇ ਸੁਣੀਆਂ ਨਹੀਂ ਸੀ ਏਸ਼ੀਆ ਮਿਡਲ ਈਸਟ ਜਾਂ ਦੂਜੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਵਿੱਚ ਜਿਹੜੀ ਕਾਫੀ ਜਿਹੜੀ ਇਹਨਾਂ ਬਿਮਾਰੀਆਂ ਦਾ ਵਾਧਾ ਹੋਇਆ ਕਿਉਂਕਿ ਉੱਥੇ ਇਹਨਾਂ ਸਮਿਆਂ ਦੇ ਵਿੱਚ ਫਾਸਟ ਫੂਡ ਇੰਡਸਟਰੀ ਬਹੁਤ ਤੇਜ਼ੀ ਦੇ ਨਾਲ ਵਧੀ ਆ। ਉਹ ਕਹਿੰਦੇ ਪਹਿਲਾਂ ਇਹਨਾਂ ਥਾਵਾਂ ਦੇ ਉੱਤੇ ਇਹ ਬਿਮਾਰੀਆਂ ਬਹੁਤ ਘੱਟ ਦੇਖੀਆਂ ਗਈਆਂ ਸੀ। ਉਹ ਕਹਿੰਦੇ ਸੋ ਇਸ ਮਾਮਲੇ ਦੇ ਵਿੱਚ ਜਿਹੜੀ ਫੰਡਾਮੈਂਟਲ ਜੈਨੇਟਿਕ ਮੈਕੈਨਿਜ਼ਮ ਆ ਸਾਡੀ ਬਾਡੀ ਦੇ ਜੀਨਸ ਜਿਹੜੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਾਡੇ ਗੁਣਾਂ ਨੂੰ ਲਿਜਾਣ ਦੇ ਲਈ ਜ਼ਿੰਮੇਵਾਰ ਹੁੰਦੇ ਆ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਗੜਬੜ ਆ ਉਹਨੂੰ ਸਮਝਣ ਦਾ ਉਹ ਕਹਿੰਦੇ ਯਤਨ ਕੀਤਾ ਜਾ ਰਿਹਾ ਪਰ ਬਹੁਤ ਕੁਝ ਇਹੋ ਜਿਹਾ ਆ ਜਿਹੜਾ ਬਾਹਰ ਵੀ ਵਾਪਰ ਰਿਹਾ ਆ। ਸੋ ਕਿਉਂਕਿ ਇਹ ਲੋਕਲ ਟਿਸ਼ੂ ਤੇ ਇਮਿਊਨ ਸਿਸਟਮ ਜਿਹੜਾ ਆ ਉਹਦੇ ਵਿੱਚ ਫਰਕ ਕਰਨ ਦੇ ਅਸਮਰੱਥ ਹੋ ਜਾਂਦਾ ਤੇ ਉਹਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਹੋ ਜਾਂਦਾ। ਅੱਜ ਦੇ ਦਿਨ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਲਗਭਗ 24 ਮਿਲੀਅਨ ਅਮਰੀਕਨ ਜਾਣੀ ਕਿ 7% ਉਸ ਪਾਪੂਲੇਸ਼ਨ ਦਾ ਕਿਸੇ ਨਾ ਕਿਸੇ ਇਸ ਬਿਮਾਰੀ ਦੇ ਨਾਲ ਪੀੜਤ ਆ। ਜਿਹੜਾ ਅਮਰੀਕਾ ਦਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਡਾਟਾ ਆ ਉਹ ਦੱਸ ਰਿਹਾ ਹੈ ਇਹ ਸਟੱਡੀਜ਼ ਦੱਸ ਰਹੀਆਂ ਕਿ ਆਟੋਇਮਿਊਨ ਡਿਜ਼ੀਜ਼ ਜਿਹੜੀਆਂ ਨੇ ਇਹ ਲਗਾਤਾਰ ਵੱਧ ਰਹੀਆਂ ਨੇ। 12 ਸਾਲ ਇਹ ਤੋਂ ਉਮਰ ਵਾਲੇ ਵਿੱਚ 22 ਮਿਲੀਅਨ ਅਮਰੀਕਨਸ ਨੇ 1988 ਤੋਂ ਲੈ ਕੇ 1991 ਤੱਕ ਤੇ 41 ਮਿਲੀਅਨ ਜਿਹੜੀਆਂ ਲੋਕਾਂ ਦੇ ਵਿੱਚ ਇਹ ਬਿਮਾਰੀ ਸੀਗੀ 2011 ਤੋਂ ਲੈ ਕੇ 2012 ਤੱਕ। ਹਿਊਮਨ ਜੈਨੇਟਿਕਸ ਇੰਨੇ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਬਦਲੀ ਇਹ ਵਿਗਿਆਨੀ ਮੰਨ ਰਹੇ ਆ ਕਹਿ ਰਹੇ ਆ ਕਿ ਕੁਛ ਨਾ ਕੁਛ ਸਾਡੇ ਬਾਹਰਲੇ ਸਿਸਟਮ ਦੇ ਵਿੱਚ ਬਦਲਿਆ ਆ ਜਿਹੜਾ ਇਹਨਾਂ ਬਿਮਾਰੀਆਂ ਦੇ ਲਈ ਜ਼ਿੰਮੇਵਾਰ ਆ ਤੇ ਉਹ ਦੱਸਿਆ ਜਾ ਰਿਹਾ ਕਿ ਜਿਹੜੀ ਫਾਸਟ ਫੂਡ ਡਾਈਟ ਆ ਉਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟ ਜਿਨ੍ਹਾਂ ਦੇ ਵਿੱਚ ਫਾਈਬਰ ਵੀ ਆ ਔਰ ਇਹਦੇ ਕੁਝ ਜਿਹੜੇ ਦੱਸੇ ਜਾ ਰਹੇ ਆ ਕਿ ਉਹਦੇ ਮਾਈਕਰੋਬਾਇਓਮ ਦੇ ਉੱਤੇ ਕਿਸੇ ਵੀ ਮਨੁੱਖ ਦੇ ਅਸਰ ਪੈਂਦਾ ਆ ਤੇ ਜਿਹੜੇ ਖਾਸ ਕਰਕੇ ਇਹਦੇ ਲਈ ਜ਼ਿਆਦਾ ਜ਼ਿੰਮੇਵਾਰ ਨੇ ਤੇ ਜਿਹਦੇ ਨਾਲ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਪਹਿਲਾਂ ਨਹੀਂ ਸੀ 100 ਤੋਂ ਵੀ ਜ਼ਿਆਦਾ ਬਿਮਾਰੀਆਂ ਇਸ ਵੇਲੇ ਇਸ ਤਰ੍ਹਾਂ ਦੀਆਂ ਲੱਭੀਆਂ ਜਾ ਚੁੱਕੀਆਂ ਜਿਨ੍ਹਾਂ ਨੂੰ ਆਟੋਇਮਿਊਨ ਡਿਜ਼ੀਜ਼ ਕਿਹਾ ਜਾਂਦਾ ਤੇ ਜਿਹੜੀਆਂ ਪਹਿਲਾਂ ਨਹੀਂ ਸੀ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਆ। ਇਸ ਮਾਮਲੇ ਦੇ ਵਿੱਚ ਜਿਹੜੇ ਬਹੁਤ ਸਾਰੇ ਵਿਗਿਆਨੀ ਨੇ ਉਹ ਅਜੇ ਵੀ ਖੋਜ ਕਰ ਰਹੇ ਨੇ ਤੇ ਇਹਦਾ ਕਿਤੇ ਨਾ ਕਿਤੇ ਸੰਬੰਧ ਲੱਭਣ ਦਾ ਯਤਨ ਕੀਤਾ ਜਾ ਰਿਹਾ ਕਿ ਫਾਸਟ ਫੂਡ ਦੇ ਵਿੱਚ ਕਿਹੜੇ ਇਨਗਰੀਡੀਐਂਟਸ ਨੇ ਕਿਹੜੇ ਤੱਤ ਨੇ ਜਿਹੜੇ ਘੱਟ ਨੇ ਤੇ ਇਹਦੇ ਵਿੱਚ ਕਿਹੜੀਆਂ ਨੁਕਸਾਨ ਵਾਲੀਆਂ ਚੀਜ਼ਾਂ ਆ ਜਿਹੜੀਆਂ ਇਹਨਾਂ ਆਟੋਇਮਿਊਨ ਡਿਜ਼ੀਜ਼ਸ ਦੇ ਲਈ ਜ਼ਿੰਮੇਵਾਰ ਨੇ। ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਮਾਪੇ ਬਹੁਤੀ ਵਾਰੀ ਬੱਚੇ ਨੂੰ ਜਨਮ ਤੋਂ ਬਾਅਦ ਕਿਤੇ ਸੁੱਟ ਜਾਂਦੇ ਆ।
ਉਹ ਬੱਚਾ ਉਹਨਾਂ ਨੂੰ ਨਹੀਂ ਚਾਹੀਦਾ ਹੁੰਦਾ। ਕਾਰਨ ਉਹਦੇ ਵਿੱਚ ਕੋਈ ਵੀ ਹੋ ਸਕਦਾ, ਉਹਦਾ ਜੈਂਡਰ ਕਾਰਨ ਹੋ ਸਕਦਾ, ਖਾਸ ਕਰਕੇ ਕੁੜੀਆਂ ਦੇ ਨਾਲ ਇਹ ਚੀਜ਼ਾਂ ਵਾਪਰਦੀਆਂ। ਕਈ ਵਾਰੀ ਅਣਚਾਹੇ ਬੱਚੇ ਜਿਹੜੇ ਮਾਪੇ ਨਹੀਂ ਚਾਹੁੰਦੇ ਹੁੰਦੇ, ਉਹਨਾਂ ਨੂੰ ਜਿਹਨਾਂ ਨੂੰ ਸਮਾਜ ਨਹੀਂ ਸਵੀਕਾਰਦਾ, ਉਹ ਆਮ ਤੌਰ ਦੇ ਉੱਤੇ ਸੁੱਟ ਜਾਂਦੇ ਆ। ਜਿਹੜੇ ਵਿਕਸਿਤ ਦੇਸ਼ ਨੇ, ਅਮਰੀਕਾ ਕੈਨੇਡਾ ਵਰਗੇ ਦੇਸ਼ ਨੇ, ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਵਾਪਰਦੀਆਂ ਨੇ ਜਾਂ ਆਮ ਤੌਰ 'ਤੇ ਸੁਣਨ ਨੂੰ ਨਹੀਂ ਮਿਲਦੀਆਂ। ਪਰ ਕਦੇ ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਨੂੰ ਮਿਲ ਜਾਂਦੀਆਂ ਕਿ ਕਿਸੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਹਨੂੰ ਡੰਪਸਟਰ ਦੇ ਵਿੱਚ ਸਿੱਟ ਕੇ ਚਲੇ ਗਈ। ਬਾਅਦ ਦੇ ਵਿੱਚ ਜਿਹੜੇ ਕੂੜੇ ਦੇ ਵਿੱਚੋਂ ਕੰਮ ਦੀਆਂ ਚੀਜ਼ਾਂ ਲੱਭਣ ਵਾਲੇ ਹੁੰਦੇ ਆ, ਉਹਨਾਂ ਨੇ ਉਸ ਕੂੜੇਦਾਨ ਦੇ ਵਿੱਚ ਹੱਥ ਮਾਰਿਆ, ਉਹਨਾਂ ਨੂੰ ਕਿਤੇ ਰੋਣ ਦੀ ਆਵਾਜ਼ ਸੁਣ ਦਿੱਤੀ ਜਿਹਦੇ ਵਿੱਚ ਜਿਉਂਦਾ ਬੱਚਾ ਉਹਦੇ ਵਿੱਚ ਸੀ, ਤੇ ਉਹਨਾਂ ਨੇ ਫਿਰ ਅਥਾਰਟੀਜ਼ ਨੂੰ ਦੱਸਿਆ ਤੇ ਉਹਨਾਂ ਨੇ ਉਸ ਬੱਚੇ ਨੂੰ ਬਚਾਇਆ। ਇਹ ਘਟਨਾਵਾਂ ਕਿਉਂ ਵਾਪਰਦੀਆਂ? ਅਮਰੀਕਾ ਦੇ ਵਿੱਚ ਇੱਕ ਇੱਦਾਂ ਦੀ ਘਟਨਾ ਸਾਹਮਣੇ ਆਈ ਆ। ਹਾਲਾਂਕਿ ਉੱਥੇ ਟੈਕਸਸ ਦੇ ਵਿੱਚ ਇਸ ਤਰ੍ਹਾਂ, ਪੂਰੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਲਾਜ਼ ਨੇ ਜਿਹੜੇ ਕਹਿੰਦੇ ਨੇ ਕਿ ਜੇਕਰ ਤੁਸੀਂ ਬੱਚੇ ਨੂੰ ਜਨਮ ਦੇ ਦਿੱਤਾ ਤੇ ਬੱਚਾ ਤੁਹਾਨੂੰ ਨਹੀਂ ਚਾਹੀਦਾ, ਤੁਸੀਂ ਉਹਨਾਂ ਥਾਵਾਂ ਦੇ ਉੱਤੇ ਛੱਡ ਸਕਦੇ ਹੋ। ਬੇਬੀ ਮੋਜ਼ਸ ਲਾ ਦੱਸਿਆ ਜਾ ਰਿਹਾ 1999 ਦੇ ਵਿੱਚ ਟੈਕਸਸ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਬਣਿਆ ਸੀ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ, ਬੱਚੇ ਸਿੱਟਣ ਦੀਆਂ ਘਟਨਾਵਾਂ ਉੱਥੇ ਬਹੁਤ ਵਾਪਰ ਰਹੀਆਂ ਸੀ। ਉਸ ਸਮੇਂ ਦੇ ਵਿੱਚ 13 ਇੰਸੀਡੈਂਟ ਹੋਏ ਸੀ, ਜਿਹਦੇ ਵਿੱਚ 3 ਜਿਹੜੇ ਇਨਫੈਂਟ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ। ਸੋ ਟੈਕਸਸ ਜਿਹੜੀ ਲੈਜਿਸਲੇਸ਼ਨ ਆ, ਉਹਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਉਹਦੇ ਤੋਂ ਬਾਅਦ ਲਗਭਗ ਜਿਹੜਾ 2008 ਤੱਕ 50 ਦੀਆਂ 50 ਸਟੇਟਾਂ ਦੇ ਵਿੱਚ ਸੇਫ ਹੈਵਨ ਲਾ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲਦਾ ਹੈ। ਇਹ ਲਾ ਦਾ ਮਤਲਬ ਕੀ ਆ ਕਿ ਜਿਹੜੇ ਤੁਸੀਂ ਜਿਹੜਾ ਯੂਨਾਈਟਿਡ ਸਟੇਟਸ ਦੇ ਵਿੱਚ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੰਦਾ ਇਸ ਚੀਜ਼ ਨੂੰ, ਕਿ ਜਿਹੜਾ ਤੁਸੀਂ ਅਨਹਾਰਮਡ ਇਨਫੈਂਟ ਆ, ਉਹਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ, ਤੁਸੀਂ ਉੱਥੇ ਚਲੇ ਜਾਓ ਤੇ ਉਹਨੂੰ ਛੱਡ ਆਓ, ਉਹਦੇ ਤੋਂ ਬਾਅਦ ਤੁਹਾਨੂੰ ਕੋਈ ਵੀ ਕੁਛ ਨਹੀਂ ਕਹਿੰਦਾ। ਇੱਕ ਘਟਨਾ ਸਾਹਮਣੇ ਆਈ ਆ, 18 ਸਾਲ ਦੀ ਇੱਕ ਕੁੜੀ ਨੇ ਨਿਊ ਮੈਕਸੀਕੋ ਦੇ ਵਿੱਚ ਉਸ ਔਰਤ ਦੇ ਉੱਤੇ ਚਾਰਜਸ ਲੱਗਿਆ। ਪੁਲਿਸ ਕਹਿੰਦੀ ਆ ਕਿ ਇਹਨੇ ਆਪਣੇ ਨਵੇਂ ਜਨਮੇ ਬੱਚੇ ਨੂੰ ਡੰਪਸਟਰ ਦੇ ਵਿੱਚ ਸੁੱਟ ਦਿੱਤਾ। ਲੋਕਾਂ ਦਾ ਇੱਕ ਗਰੁੱਪ ਜਿਹੜਾ ਕਿ ਆਮ ਤੌਰ ਦੇ ਉੱਤੇ ਇਹਨਾਂ ਡੰਪਸਟਰ ਦੇ ਵਿੱਚ ਹੱਥ ਮਾਰਦਾ ਹੁੰਦਾ ਕਿ ਸ਼ਾਇਦ ਉਹਨਾਂ ਨੂੰ ਕੋਈ ਕਿਸੇ ਘਰ ਦੀ ਸਿੱਟੀ ਹੋਈ ਚੀਜ਼ ਮਿਲ ਜਾਵੇ, ਉਹ ਲੰਘੇ ਸ਼ੁੱਕਰਵਾਰ ਹੌਬਸ ਦੇ ਵਿੱਚ, ਨਿਊ ਮੈਕਸੀਕੋ ਦੇ ਵਿੱਚ ਹੌਬਸ ਦੇ ਵਿੱਚ ਕਹਿੰਦੇ ਹੱਥ ਮਾਰ ਰਹੇ ਸੀ, ਟੈਕਸਸ ਦੇ ਬਾਰਡਰ ਦੇ ਨੇੜੇ, ਤੇ ਉੱਥੇ ਉਹਨਾਂ ਨੇ ਇੱਕ ਆਵਾਜ਼ ਸੁਣੀ। ਉਹਨਾਂ ਨੂੰ ਪਹਿਲਾਂ ਲੱਗਿਆ ਕਿ ਇਹ ਸ਼ਾਇਦ ਕਿਸੇ ਕਤੂਰੇ ਦੀ ਆਵਾਜ਼ ਆ ਜਾਂ ਕਿਸੇ ਬਿੱਲੀ ਦੀ ਆਵਾਜ਼ ਆ। ਹੌਬਸ ਪੁਲਿਸ ਚੀਫ ਨੇ ਇਹ ਜਾਣਕਾਰੀ ਦਿੱਤੀ ਆ, ਤੇ ਜਦੋਂ ਉਹ ਕਹਿੰਦੇ ਉਹਦੇ ਕੋਲ ਗਏ, ਉਹਨਾਂ ਨੇ ਉਸ ਟਰੈਸ਼ ਬੈਗ ਨੂੰ ਇੱਧਰ ਉੱਧਰ ਕੀਤਾ ਤੇ ਉਹਦੇ ਵਿੱਚੋਂ ਉਹਨਾਂ ਨੂੰ ਇੱਕ ਬੜੇ ਗੰਦੇ ਜਿਹੇ ਕੰਬਲ ਦੇ ਵਿੱਚ ਲਪੇਟਿਆ ਬੱਚਾ ਮਿਲਿਆ, ਤੇ ਜਿਹੜੀ ਉਹਦੀ ਅੰਬਿਲੀਕਲ ਕਾਰਡ ਸੀ, ਜਿਹੜਾ ਉਹਦਾ ਨਾੜੂਆ ਸੀ, ਉਹਦੇ ਨਾਲ ਹੀ ਲਮਕ ਰਿਹਾ ਸੀ। ਇਹਦੇ ਤੋਂ ਬਾਅਦ ਉਹਨਾਂ ਨੇ ਅਥਾਰਟੀਜ਼ ਨੂੰ ਕਾਲ ਕੀਤਾ। ਉੱਥੋਂ ਆ ਕੇ ਉਹਨਾਂ ਨੇ ਉਸ ਬੱਚੇ ਨੂੰ, ਜਿਹੜਾ ਕਿ ਇੱਕ ਲੜਕਾ ਸੀ, ਪੁਲਿਸ ਤੇ ਪੈਰਾਮੈਡਿਕ ਉੱਥੇ ਪਹੁੰਚਦੇ ਆ, ਉਹਨਾਂ ਨੇ ਉਹਨੂੰ ਡੰਪਸਟਰ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਨੂੰ ਬਚਾਇਆ। ਤੇ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਉਹ 6 ਘੰਟੇ ਉਸ ਡੰਪਸਟਰ ਦੇ ਵਿੱਚ ਪਿਆ ਰਿਹਾ। ਇਹਦੇ ਤੋਂ ਬਾਅਦ ਪੜਤਾਲ ਕੀਤੀ ਗਈ ਕਿ ਮਾਮਲਾ ਕੀ ਆ, ਇਹਨੂੰ ਇੱਥੇ ਕੌਣ ਸਿੱਟ ਕੇ ਗਿਆ। ਜਿਹੜੇ ਪੈਰਾਮੈਡਿਕਸ ਸੀ ਉਹਨਾਂ ਨੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ। ਉੱਥੇ ਹਸਪੀਟਲ ਦੇ ਵਿੱਚ ਉਹਨੂੰ ਦੂਜੇ ਹਸਪੀਟਲ ਦੇ ਵਿੱਚ ਲੋਬਾਕ ਟੈਕਸਸ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਉਹਦੀ ਕੰਡੀਸ਼ਨ ਸਟੇਬਲ ਦੱਸੀ ਜਾ ਰਹੀ ਹੈ। ਸਰਵੇਲੈਂਸ ਵੀਡੀਓ ਦੇਖੀ ਗਈ ਤੇ ਉਹਨਾਂ ਨੇ ਇੱਕ ਕਾਰ ਨੂੰ ਆਇਡੈਂਟੀਫਾਈ ਕੀਤਾ ਜਿਹੜੀ ਇਹਦੇ ਵਿੱਚ ਇਨਵੋਲਵ ਸੀਗੀ, ਤੇ ਉਹ ਔਰਤ ਜਿਹਦਾ ਨਾਂ ਅਲੈਕਸਿਸ ਐਵੀਲਾ ਦੱਸਿਆ ਜਾ ਰਿਹਾ, ਹੌਬਸ ਦੀ ਰਹਿਣ ਵਾਲੀ ਆ, ਉਹਨੇ ਇਸ ਗੱਲ ਨੂੰ ਮੰਨ ਲਿਆ ਕਿ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਇੱਕ ਲੋਕੇਸ਼ਨ ਦੇ ਉੱਤੇ, ਤੇ ਫਿਰ ਉਹ ਇਹਨੂੰ ਡੰਪਸਟਰ ਦੇ ਵਿੱਚ ਸਿੱਟ ਗਈ। ਉਹਨੂੰ ਬਾਅਦ ਦੇ ਵਿੱਚ ਇੰਟਰਵਿਊ ਜਦੋਂ ਡਿਟੈਕਟਿਵ ਨੇ ਕੀਤਾ ਤਾਂ ਅਵੀਲਾ ਇਹ ਕਹਿੰਦੀ ਆ ਕਿ ਉਹਨੂੰ ਪਤਾ ਨਹੀਂ ਸੀ ਉਹ ਕੋਈ ਪ੍ਰੈਗਨੈਂਟ ਆ 6 ਜਨਵਰੀ ਤੱਕ। ਤੇ ਜਦੋਂ ਕਹਿੰਦੀ ਉਹ ਮੈਡੀਕਲ ਅਟੈਂਸ਼ਨ ਉਹ ਉੱਥੇ ਜਾ ਕੇ ਉਹਨੂੰ ਗਈ ਇਸ ਕੰਮ ਦੇ ਲਈ ਕਿ ਮੇਰੇ ਐਬਡੋਮੀਨਲ ਪੇਨ ਹੁੰਦੀ ਆ, ਤੇ ਦੱਸਦੀ ਆ ਕਿ ਉਹਦੇ ਤੋਂ ਬਾਅਦ ਉਹਨੂੰ ਸਟਮਕ ਪੇਨ ਸ਼ੁਰੂ ਹੋਈ ਤੇ ਅਗਲੇ ਦਿਨ ਉਹਨੇ ਅਨਐਕਸਪੈਕਟਡਲੀ ਬੱਚੇ ਨੂੰ ਜਨਮ ਦੇ ਦਿੱਤਾ, ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਗੱਲ ਜਿਹੜੀ ਉਹ ਸੰਦੇਹਪੂਰਨ ਲੱਗਦੀ ਹੈ। ਉਹਦੇ ਤੋਂ ਬਾਅਦ ਉਹ ਅਗਲੇ ਦੱਸਦੀ, ਉਹਦੇ ਤੋਂ ਬਾਅਦ ਉਹ ਕਹਿੰਦੀ ਮੈਂ ਘਬਰਾ ਗਈ, ਇਹਦੇ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਕਰਾਂ, ਕਿੱਥੇ ਜਾਵਾਂ। ਕੋਰਟ ਡਾਕੂਮੈਂਟਸ ਦੱਸ ਰਿਹਾ ਹੈ ਕਿ ਉੱਥੇ ਜਾ ਕੇ ਉਹਨੇ ਕਾਫੀ ਚਿਰ ਡਰਾਈਵ ਕੀਤਾ ਇੱਧਰ ਉੱਧਰ ਕੋਈ ਜਗ੍ਹਾ ਲੱਭਣ ਦੇ ਲਈ ਕਿ ਬੇਬੀ ਨੂੰ ਮੈਂ ਕਿੱਥੇ ਛੱਡਣਾ ਆ, ਤੇ ਫਿਰ ਉਹ ਸ਼ਾਪਿੰਗ ਏਰੀਆ ਦੇ ਨੇੜੇ ਇਸ ਡੰਪਸਟਰ ਦੇ ਵਿੱਚ ਜਾ ਕੇ ਉਸ ਬੱਚੇ ਨੂੰ ਛੱਡ ਗਈ। ਸਰਚ ਵਾਰੰਟ ਉਹਦੀ ਕਾਰ ਦੇ ਲਈ ਉਹਦੇ ਜਿਹੜੇ ਕੱਢੇ ਗਏ। ਉਹਦੇ ਤੋਂ ਬਾਅਦ ਉਹਨੂੰ ਬੁੱਕ ਕੀਤਾ ਗਿਆ 4 ਜਿਹੜੇ ਅਟੈਂਪਟ ਫਸਟ ਡਿਗਰੀ ਮਰਡਰ ਦੇ ਲਈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਬਣਦਾ ਆ, ਇਹ ਜਿਹੜਾ ਪਤਾ ਲੱਗੂਗਾ। ਨਿਊ ਮੈਕਸੀਕੋ ਦੇ ਵਿੱਚ ਵੀ ਸੇਫ ਹੈਵਨ ਲਾ ਹੈਗਾ ਆ, ਜਿਹਦੇ ਵਿੱਚ ਪੇਰੈਂਟਸ ਆਪਣੇ ਬੱਚੇ ਨੂੰ ਕਿਤੇ ਵੀ ਜਿਹੜਾ 90 ਦਿਨ ਤੋਂ ਯੰਗ ਹੋਵੇ, ਮਤਲਬ
90 दिन तो घੱਟ ਉਹਦੀ ਏਜ ਹੋਵੇ ਤਾਂ ਉਹਨੂੰ ਕਿਸੇ ਵੀ ਸੇਫ ਲੋਕੇਸ਼ਨ ਦੇ ਉੱਤੇ ਬਿਨਾਂ ਕਿਸੇ ਤੁਹਾਡੇ ਉੱਤੇ ਕ੍ਰਿਮੀਨਲ ਕੌਨਸੀਕੁਐਂਸਿਸ ਦੇ ਛੱਡਿਆ ਜਾ ਸਕਦਾ ਹੈ। ਸੋ ਇਹ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਾਂ ਇਹਦੇ ਵਿੱਚ ਅਗਿਆਨਤਾ ਹੈ, ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਸ ਤਰ੍ਹਾਂ ਵੀ ਤੁਸੀਂ ਕਿਸੇ ਜਾਨ ਨੂੰ ਬਚਾ ਸਕਦੇ ਹੋ। ਇਹਨਾਂ ਲਾਜ਼ ਦੇ ਉੱਤੇ ਬਹੁਤ ਸਾਰੀ ਕ੍ਰਿਟਿਸਿਜ਼ਮ ਵੀ ਹੋਇਆ ਸੀ ਉਸ ਵੇਲੇ ਕਿ ਇਹ ਬਣਨੇ ਚਾਹੀਦੇ ਜਾਂ ਨਹੀਂ ਬਣਨੇ ਚਾਹੀਦੇ, ਪਰ ਫਿਰ ਵੀ ਅਮਰੀਕਾ ਦੇ ਵਿੱਚ ਇਹ ਲਾ ਹੈਗਾ ਆ ਤਾਂ ਇਹਦੀ ਵਰਤੋਂ ਕੀਤੀ ਜਾ ਸਕਦੀ ਆ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਦੁਖਦਾਈ ਘਟਨਾਵਾਂ ਨੇ ਇਹ ਵਾਪਰਨੋਂ ਰੁਕ ਸਕਦਾ। ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ, ਚੀਨ ਦਾ ਸੰਬੰਧ ਇਹਦੇ ਨਾਲ ਕਿਤੇ ਨਾ ਕਿਤੇ ਜੁੜਦਾ ਰਿਹਾ ਤੇ ਚੀਨ ਦੇ ਉੱਤੇ ਲੋਕਾਂ ਦੀ ਅੱਖ ਟਿਕੀ ਰਹੀ ਆ। ਸਭ ਤੋਂ ਪਹਿਲਾਂ ਇਹ ਪੈਂਡੈਮਿਕ ਚੀਨ ਦੇ ਵਿੱਚ ਸ਼ੁਰੂ ਹੋਈ ਤੇ ਸਭ ਤੋਂ ਪਹਿਲਾਂ ਇਹਦੇ ਉੱਤੇ ਕਾਬੂ ਵੀ ਚੀਨ ਨੇ ਪਾ ਲਿਆ। ਇਸ ਤਰ੍ਹਾਂ ਦੀਆਂ ਖਬਰਾਂ ਬਾਅਦ ਦੇ ਵਿੱਚ ਆਈਆਂ। ਹੁਣ ਪਿਛਲੇ ਕੁਝ ਦਿਨਾਂ ਤੋਂ ਚੀਨ ਦੇ ਵਿੱਚ ਇਹ ਸੰਕਟ ਫੇਰ ਦੁਬਾਰਾ ਤੋਂ ਹੋ ਰਿਹਾ। ਅੱਜ ਖਬਰ ਇਹ ਆ ਰਹੀ ਹੈ ਕਿ ਚੀਨ ਦੇ ਵਿੱਚ ਤੀਜਾ ਸ਼ਹਿਰ ਆ ਜਿਹਨੂੰ ਲੋਕਡਾਊਨ ਦੇ ਵਿੱਚ ਉਹਦੇ ਰੈਜ਼ੀਡੈਂਟਸ ਨੂੰ ਕੋਵਿਡ-19 ਆਊਟਬ੍ਰੇਕ ਕਰਕੇ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਕਹਿ ਦਿੱਤਾ ਗਿਆ। ਲਗਭਗ ਚੀਨ ਦੇ 20 ਮਿਲੀਅਨ ਲੋਕਾਂ ਨੂੰ ਲੋਕਡਾਊਨ ਅਨਿਆਗ ਦੇ ਵਿੱਚ ਲਾਇਆ ਗਿਆ, ਜਿਹਦੇ ਵਿੱਚ 5.5 ਮਿਲੀਅਨ ਲੋਕ ਹੈਗੇ ਆ। ਉਹਨਾਂ ਨੂੰ ਕੱਲ ਸੋਮਵਾਰ ਬਾਅਦ ਦੁਪਹਿਰ ਅਨਾਉਂਸ ਕੀਤਾ ਗਿਆ। 2 ਕੇਸ ਓਮਿਕਰੋਨ ਵੇਰੀਐਂਟ ਦੇ ਉੱਥੇ ਰਿਪੋਰਟ ਕੀਤੇ ਗਏ ਆ। ਉਹਨਾਂ ਨੂੰ ਇਹ ਵੀ ਨਹੀਂ ਆਗਿਆ ਦਿੱਤੀ ਗਈ ਕਿ ਉਹ ਬਾਹਰ ਜਾਣ ਸਟੋਰਾਂ ਦੇ ਉੱਤੇ, ਤੇ ਜਿਹੜੇ ਹੁਕਮ ਇਹ ਜਾਰੀ ਕੀਤੇ ਗਏ ਆ ਕਿ ਜਿਹੜੇ ਆ ਬਹੁਤ ਜ਼ਰੂਰੀ ਸਮਾਨ ਵੇਚਣ ਵਾਲੇ ਆ ਉਹ ਖੁੱਲ੍ਹੇ ਰਹਿਣਗੇ, ਬਾਕੀ ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ। 13 ਮਿਲੀਅਨ ਲੋਕ ਲੋਕਡਾਊਨ ਦੇ ਵਿੱਚ ਨੇ। ਸ਼ਿਆਨ ਦੇ ਵਿੱਚ 3 ਹਫ਼ਤੇ ਹੋ ਗਏ ਆ। 1.1 ਮਿਲੀਅਨ ਲੋਕ ਜਿਹੜੇ ਲੋਕਡਾਊਨ ਦੇ ਵਿੱਚ ਨੇ। ਜ਼ੁਆਹੂ ਦੇ ਵਿੱਚ ਇਹਨਾਂ ਨੂੰ 1 ਹਫ਼ਤੇ ਤੋਂ ਜ਼ਿਆਦਾ ਹੋ ਗਿਆ। ਹਜੇ ਤੱਕ ਇਹ ਗੱਲਬਾਤ ਕਲੀਅਰ ਨਹੀਂ ਹੋਈ ਕਿ ਜਿਹੜਾ ਇਹ ਨਵਾਂ ਐਨਿਆਂਗ ਦੇ ਵਿੱਚ ਲੋਕਡਾਊਨ ਲੱਗਾ ਇਹ ਕਿੰਨਾ ਚਿਰ ਰਹਿਣਾ ਆ। ਬਹੁਤ ਸਾਰੀਆਂ ਟੈਸਟਿੰਗ ਫੈਸਿਲਿਟੀਜ਼ ਉੱਥੇ ਦਿੱਤੀਆਂ ਗਈਆਂ ਆ। ਕਈ ਸਟੈਂਡਰਡ ਪ੍ਰੋਸੀਜਰਸ ਨੇ। ਚਾਈਨਾ ਦੇ ਵਿੱਚ ਜਿਹੜੀ ਸਟ੍ਰੈਟਜੀ ਆ ਉਹਨਾਂ ਦੇ ਆਇਡੈਂਟੀਫਾਈ ਕਰਨ ਦੀ, ਆਈਸੋਲੇਸ਼ਨ ਦੀ, ਜਦੋਂ ਉਹਨੂੰ ਆਇਡੈਂਟੀਫਾਈ ਕਰ ਲੈਂਦੇ ਆ ਫਿਰ ਜਿੰਨਾ ਜਲਦੀ ਹੋ ਸਕਦਾ ਉਹਨੂੰ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਦੇ ਵਿੱਚ ਚੀਨ ਦੇ ਵਿੱਚ ਲੱਗੇ ਇਹ ਤਾਜ਼ੇ ਲਾਕਡਾਊਨ ਬਹੁਤ ਸਾਰੀ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਆ। ਲੋਕਾਂ ਨੇ ਇਹ ਦੱਸਿਆ ਕਿ ਸਾਡੀ ਪੁੱਛ ਪ੍ਰਤੀਤ ਨਹੀਂ ਕੀਤੀ ਜਾਂਦੀ, ਜਿਹੜੀਆਂ ਜ਼ਰੂਰੀ ਚੀਜ਼ਾਂ ਸਾਨੂੰ ਚਾਹੀਦੀਆਂ ਉਹ ਸਾਨੂੰ ਜ਼ਰੂਰੀ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ। ਇਸ ਵੇਲੇ ਇਸ ਲਾਕਡਾਊਨ ਦੇ ਵਿੱਚ ਜਿਹੜਾ ਜਦੋਂ ਦਾ ਸਾਰਾ ਵੁਹਾਨ ਦੇ ਵਿੱਚ ਸ਼ਟਡਾਊਨ ਹੋਇਆ ਸੀ, ਉਹਦੇ ਤੋਂ ਬਾਅਦ ਹਵਾਈ ਪ੍ਰਿੰਸ ਦੇ ਵਿੱਚ 2020 ਦੇ ਵਿੱਚ ਜਿਹੜੀ ਪੈਂਡੈਮਿਕ ਸਟਾਰਟ ਹੋਈ ਸੀ, ਤਾਂ ਉਹਦੇ ਤੋਂ ਲੈ ਕੇ ਚੀਨ ਦੀ ਅਪਰੋਚ ਇਸ ਮਾਮਲੇ ਦੇ ਵਿੱਚ ਇਹ ਰਹੀ ਆ ਕਿ ਜਿੱਥੇ ਆਊਟਬ੍ਰੇਕ ਹੁੰਦੀ ਆ ਉਹਨਾਂ ਛੋਟੇ ਏਰੀਆ ਨੂੰ ਟਾਰਗੇਟ ਕੀਤਾ ਜਾਵੇ, ਉੱਥੇ ਲਾਕਡਾਊਨ ਲਾ ਦਿੱਤਾ ਜਾਵੇ। ਇਹ ਅਪਰੋਚ ਜਿਹੜੀ ਵਿੰਟਰ 올림픽 ਜਿਹੜੀਆਂ ਫਰਵਰੀ 4 ਨੂੰ ਬੀਜਿੰਗ ਦੇ ਵਿੱਚ ਸ਼ੁਰੂ ਹੋਣੀਆਂ, ਉਹ ਤੋਂ ਪਹਿਲਾਂ ਓਮਿਕਰੋਨ ਵੇਰੀਐਂਟ ਸਾਹਮਣੇ ਆ ਗਿਆ ਤੇ ਇਹਦੇ ਕਾਰਨ ਫਿਰ ਸਿਟੀ ਵਾਈਡ ਲਾਕਡਾਊਨਸ ਜਿਹੜੇ ਹੈਗੇ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਲਾਏ ਜਾ ਰਹੇ ਆ। ਬੀਜਿੰਗ ਦੇ 올림픽 ਅਫੀਸ਼ੀਅਲਸ ਜਿਹੜੇ ਦੱਸੇ ਜਾ ਰਹੇ ਆ ਕਿ ਇਹਦੇ ਲਈ ਜ਼ਿੰਮੇਵਾਰ ਨੇ ਡਿਜ਼ੀਜ਼ ਨੂੰ ਕੰਟਰੋਲ ਕਰਨ ਦੇ ਲਈ, ਉਹ ਦੱਸ ਰਹੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਅਫੀਸ਼ੀਅਲਸ ਜਿਹੜੇ ਆ ਆਊਟਬ੍ਰੇਕ ਨੂੰ ਰੋਕ ਰਹੇ ਆ ਕਿ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਖਾਸ ਵਿਚਾਰ ਰੱਖਿਆ ਜਾਵੇ। ਜਿਹੜੀ ਮਾਸ ਕਲਸਟਰ ਟਰਾਂਸਮਿਸ਼ਨਸ ਆ ਜੇ ਕਿਤੇ ਹੋ ਜਾਂਦੀ ਆ ਤੇ ਇਹਦਾ ਖੇਡਾਂ ਦੇ ਉੱਤੇ ਕੋਈ ਅਸਰ ਪੈਂਦਾ ਆ ਤੇ ਸਕੈਜੂਲ ਦੇ ਉੱਤੇ ਵੀ ਅਸਰ ਪਊਗਾ। ਤੇ ਉਹ ਕਹਿੰਦੇ ਜੇ ਸਭ ਤੋਂ ਮਾੜੀ ਗੱਲ ਕੋਈ ਇਸ ਤਰ੍ਹਾਂ ਦੀ ਵਾਪਰ ਜਾਂਦੀ ਆ ਤਾਂ ਸੋ ਉਹਦੇ ਤੋਂ ਬਾਅਦ ਕਹਿੰਦੇ ਸਾਡੇ ਕੋਲ ਦੂਜੀਆਂ ਆਪਸ਼ਨਸ ਵੀ ਜਿਹੜੀਆਂ ਖੁੱਲ੍ਹੀਆਂ ਰਹਿਣਗੀਆਂ। ਚੀਨ ਦੇ ਵਿੱਚ ਲਗਾਤਾਰ ਵੱਧ ਰਿਹਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਾਕਡਾਊਨ, ਜਿੱਥੇ ਚੀਨ ਦੇ ਲਈ ਜਿਹੜੀ ਚਿੰਤਾ ਪੈਦਾ ਕਰ ਰਿਹਾ ਉੱਥੇ ਪੂਰੀ ਦੁਨੀਆ ਦੇ ਲਈ ਵੀ ਚਿੰਤਾ ਪੈਦਾ ਕਰ ਰਿਹਾ, ਕਿਉਂਕਿ ਪਹਿਲੀ ਪੈਂਡੈਮਿਕ ਸ਼ੁਰੂ ਵੀ ਚੀਨ ਤੋਂ ਹੋਈ ਸੀ, ਖ਼ਤਮ ਵੀ ਚੀਨ ਨੇ ਕੀਤੀ ਸੀ। ਅਨਿਆਗ ਜਿਹੜਾ ਇਸ ਵੇਲੇ ਇਹ ਥਾਂ ਆ ਬਹੁਤ ਇੰਪੋਰਟੈਂਟ, ਕਹਿੰਦੇ ਆਰਕੀਓਲੋਜੀਕਲ ਸਾਈਟ ਆ, ਪੁਰਾਣੀ ਇਹ ਰਾਜਧਾਨੀ ਰਹੀ ਹੈ ਸ਼ੈਂਗ ਡਿਸਟਨੀ ਦੀ, ਤੇ ਇਹਦੇ ਤੋਂ ਬਾਅਦ ਇਹਦੇ ਉੱਤੇ ਕਾਫੀ ਮਹੱਤਵਪੂਰਨ ਥਾਂ ਦੱਸੀ ਜਾ ਰਹੀ ਹੈ। ਇੱਥੇ ਲਾਕਡਾਊਨ ਲੱਗਣਾ, ਦੁਨੀਆ ਦੀ ਨਜ਼ਰ ਇਸ ਵੇਲੇ ਇਹਦੇ 'ਤੇ ਲੱਗੀ ਆ ਕਿ ਇਹਦੇ ਤੋਂ ਬਾਅਦ ਕੀ ਚੀਨ ਦੇ ਵਿੱਚ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਲੱਗਿਆ ਲਾਕਡਾਊਨ ਇੱਕ ਕਰਕੇ ਖੁੱਲ੍ਹਦਾ ਆ ਜਾਂ ਬਾਕੀ ਸ਼ਹਿਰਾਂ ਦੇ ਵਿੱਚ ਲਾਕਡਾਊਨ ਲੱਗਦਾ ਆ। ਇਸ ਪੈਂਡੈਮਿਕ ਦੇ ਵਿੱਚ ਕਈ ਕੁਛ ਵਾਪਰਿਆ। ਕਈ ਥਾਵਾਂ ਦੇ ਉੱਤੇ ਜਿਹੜੀ ਇਲੈਕਟ੍ਰਿਸਿਟੀ ਦੀ ਇਸ ਵਿੰਟਰ ਦੇ ਵਿੱਚ ਕੰਜ਼ੰਪਸ਼ਨ ਆ ਉਹ ਵਧੀ ਆ। ਬ੍ਰਿਟਨ ਦੀ ਜਿਹੜੀ ਸਭ ਤੋਂ ਵੱਡੀ એનર્ਜੀ ਸਪਲਾਇਰ ਕੰਪਨੀ ਆ ਉਹਨਾਂ ਨੇ ਕੱਲ ਮਾਫੀ ਮੰਗੀ ਆ, ਕਿਉਂਕਿ ਉਹਨੇ ਲੋਕਾਂ ਨੂੰ ਐਡਵਾਈਜ਼ ਕੀਤਾ ਸੀ, ਆਪਣੇ ਕਸਟਮਰ ਨੂੰ ਐਡਵਾਈਜ਼ ਕੀਤਾ ਸੀ ਕਿ ਤੁਸੀਂ ਆਪਣੇ ਪੈਟਸ ਨੂੰ ਕਡਲ ਕਰੋ, ਤੇ ਜਾਂ ਜਿਹੜੇ ਚਿਲਡਰਨ ਆ ਉਹਨਾਂ ਨੂੰ ਕਿਹਾ ਸੀ ਕਿ ਹੁਲਾ ਹੂਪ ਚੈਲੰਜ ਕੰਪੀਟੀਸ਼ਨ ਕਰੋ, ਇਹਦੇ ਨੂੰ ਖੇਡੋ ਜਿਸ ਤਰ੍ਹਾਂ ਡਾਂਸ ਕਰਦੇ ਆ ਲੱਕ ਤੇ ਬੰਨ੍ਹ ਕੇ ਆਪਣੇ ਆਪ ਨੂੰ ਗਰਮ ਰੱਖਣ ਦੇ ਲਈ, ਕਿਉਂਕਿ ਇੱਦਾਂ ਗਰਮ ਆਪਣੇ ਆਪ ਨੂੰ ਤੁਸੀਂ ਰੱਖ ਸਕੋਗੇ ਤਾਂ ਤੁਹਾਨੂੰ ਹੀਟ ਔਨ ਕਰਨ ਦੀ ਲੋੜ ਨਹੀਂ ਪਊਗੀ, ਕਿਉਂਕਿ ਵਿੰਟਰ ਦੇ ਵਿੱਚ ਬਿੱਲ ਜਿਹੜੇ ਆ ਉਹ ਬਹੁਤ ਜ਼ਿਆਦਾ ਆ ਰਹੇ ਆ।
OVO એનર્ਜੀ ਇਹਨਾਂ ਨੇ ਇਹ ਦੱਸਿਆ ਸੀ, ਇੱਕ ਲਿਸਟ ਆਪਣੇ ਕਸਟਮਰਸ ਨੂੰ ਉਹਨਾਂ ਨੇ ਭੇਜੀ ਸੀ ਜਿਹਦੇ ਵਿੱਚ 10 ਕੋਸਟ ਇਫੈਕਟਿਵ ਤਰੀਕੇ ਦੱਸੇ ਸੀ ਕਿ ਹੀਟਿੰਗ ਬਿੱਲ ਨੂੰ ਘੱਟ ਕਿੱਦਾਂ ਕੀਤਾ ਜਾ ਸਕਦਾ। ਫਾਈਨੈਂਸ਼ੀਅਲ ਟਾਈਮ ਦੀ ਰਿਪੋਰਟ ਇਹ ਜਾਣਕਾਰੀ ਦੇ ਰਹੀ ਹੈ। ਇਹ ਲਿਸਟ ਤੋਂ ਬਾਅਦ ਬਹੁਤ ਸਾਰੀ ਇਹਦੇ ਤੇ ਆਲੋਚਨਾ ਸ਼ੁਰੂ ਹੋ ਗਈ। ਕਈ ਪੋਲੀਟੀਸ਼ੀਅਨ ਤੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ, ਖਾਸ ਕਰ ਲੋਕਾਂ ਦੀ, ਕਿਉਂਕਿ ਜਿਨ੍ਹਾਂ ਦੀ ਆਮਦਨ ਪਿਛਲੇ ਸਮੇਂ ਦੇ ਵਿੱਚ ਘਟੀ ਆ ਤੇ ਜਿਹੜੇ ਬਿਜਲੀ ਦੇ ਬਿੱਲ ਨੇ, એનર્ਜੀ ਪ੍ਰਾਈਸਿਸ ਨੇ, ਉਹ ਕਾਫੀ ਜ਼ਿਆਦਾ ਵਧੇ ਆ। ਮਹਿੰਗਾਈ ਆਪਣੇ ਆਪ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਹੀ ਬਹੁਤ ਵਧੀ ਆ। ਨੈਚੁਰਲ ਗੈਸ ਸਪਲਾਈ ਦੇ ਉੱਤੇ ਵੀ ਅਸਰ ਪਿਆ ਆ। ਇਸ ਕਰਕੇ ਇਸ ਕੰਪਨੀ ਦੁਆਰਾ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਤੁਸੀਂ ਆਪਣੇ ਆਪ ਨੂੰ ਗਰਮ ਕਰਨ ਦੇ ਲਈ ਆਹ ਖੇਡ ਖੇਡੋ ਜਾਂ ਇਹਨਾਂ ਪੈਟਸ ਨੂੰ ਕਡਲ ਕਰੋ। ਇਸ ਗੱਲ ਦੀ ਬਹੁਤ ਸਾਰੀ ਆਲੋਚਨਾ ਲੋਕਾਂ ਨੇ ਕੀਤੀ ਹੈ। ਜਿਹੜੇ ਕੁਝ ਲਾ ਮੇਕਰ ਨੇ ਲੇਬਰ ਪਾਰਟੀ ਦੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਆ ਕਿ ਇਹ ਜਿਹੜੀਆਂ ਟਿਪਸ ਦਿੱਤੀਆਂ ਗਈਆਂ ਇਹ ਓਫੈਂਸਿਵ ਨੇ। ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹ ਕਿਉਂ ਇਸ ਤਰ੍ਹਾਂ ਕਿਹਾ ਗਿਆ ਆ ਲੋਕਾਂ ਨੂੰ ਕਿ ਤੁਸੀਂ ਜਿਹੜੇ ਕਿਹਾ ਗਿਆ ਕਿ ਜੰਪਰ ਪਾ ਲਓ ਜਿਹੜੇ ਉੱਤੇ ਪਾਉਂਦੇ ਆ ਆਪਣੇ ਕੱਪੜਿਆਂ ਦੇ, ਜਾਂ ਤੁਸੀਂ ਜਿਹੜਾ ਕੋਈ ਹੋਰ ਤਰੀਕਾ ਕਰ ਲਓ, ਉਹਦੇ ਨਾਲ ਆਪਣੇ ਆਪ ਨੂੰ ਤੁਸੀਂ ਬਚਾ ਸਕਦੇ ਆ ਇਸ ਮੌਸਮ ਦੇ ਵਿੱਚ। ਇਹਦੇ ਤੋਂ ਬਾਅਦ OVO ਕੰਪਨੀ ਨੇ ਮਾਫੀ ਮੰਗੀ ਹੈ ਕਿ ਸਾਨੂੰ, ਉਹ ਕਹਿੰਦੇ, ਇਸ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਜਿਹੜਾ ਕਸਟਮਰਸ ਦਾ ਖਿਆਲ ਆ, ਸੋ ਅਸੀਂ, ਉਹ ਕਹਿੰਦੇ, ਕੋਈ ਨਾ ਕੋਈ ਮੀਨਿੰਗਫੁਲ ਸੋਲੂਸ਼ਨ ਇਹਦੇ ਲਈ ਲੱਭਣ ਦੇ ਲਈ ਕੰਮ ਕਰ ਰਹੇ ਹਾਂ। ਪਰ ਇਸ ਚੀਜ਼ ਨੇ ਇੱਕ ਵਾਰੀ ਫੇਰ ਬ੍ਰਿਟਨ ਦੇ ਵਿੱਚ ਚਰਚਾ ਛੇੜੀ ਹੈ। ਕੰਪਨੀ ਨੂੰ ਮਾਫੀ ਮੰਗਣੀ ਪਈ ਹੈ, ਜਿਹਨੇ ਲੋਕਾਂ ਨੂੰ ਇਹ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਆਪਣੇ ਬਿਜਲੀ ਦੇ ਬਿੱਲ ਘੱਟ ਰੱਖਣੇ ਚਾਹੁੰਦੇ ਆ ਤਾਂ ਆਹ ਯਤਨ ਕਰੋ, ਇਹਦੇ ਨਾਲ ਤੁਹਾਡਾ ਸਰੀਰ ਗਰਮ ਰਹੂਗਾ, ਤੁਸੀਂ ਗਰਮ ਰਹੋਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।